ਰੱਬ ਸੋਹਣੇ ਦੀਆਂ ਸੋਹਣੀਆਂ ਮਿੱਠੀਆਂ ਤੇ ਪਿਆਰੀਆਂ ਗੱਲਾਂ ਲੈ ਕੇ ਤੁਹਾਡਾ ਆਪਣਾ ਪਾਦੀ ਸੈਮਸਨ ਜਾਵੇਦ ਰਜਤ ਪੌਲ ਐਮੈਨੂਅਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੇ ਵੱਲੋਂ ਸਾਰਿਆਂ ਵੱਲੋਂ ਨਿੱਘਾ ਸਲਾਮ ਕਬੂਲ ਕਰੋ। ਉਹ ਉਮੀਦ ਹੈ ਕਿ ਤੁਸੀਂ ਜ਼ਰੂਰ ਪ੍ਰੋਗਰਾਮ ਵੇਖਦੇ ਹੋ ਔਰ ਤੁਹਾਨੂੰ ਪ੍ਰੋਗਰਾਮ ਪਸੰਦ ਵੀ ਆਉਂਦਾ। ਮਿਹਰਬਾਨੀ ਕਰਕੇ ਮੈਂ ਅੱਗੇ ਵੀ ਕਹਿਣਾ ਕਿ ਆਪਣੀ ਰਾਏ ਨਾਲ ਸਾਨੂੰ ਜ਼ਰੂਰ ਆਗਾਹ ਕਰਿਆ ਕਰੋ ਤਾਂ ਕਿ ਅਸੀਂ ਹੋਰ ਮਜ਼ੀਦ ਬਿਹਤਰੀ ਇਸ ਪ੍ਰੋਗਰਾਮ 'ਚ ਲਿਆ ਸਕੀਏ ਤਾਂ ਕਿ ਇਹ ਤੁਹਾਡੇ ਲਈ ਔਰ ਸਾਡੇ ਲਈ ਵੀ ਬਰਕਤ ਦਾ ਬਾਇਸ ਹੋਏ। ਸੋ ਅੱਜ ਦਾ ਟੌਪਿਕ ਜਿਹੜਾ ਉਹ ਰਿਲੇਟਡ ਹੈ ਕਿਉਂਕਿ ਪਿਛਲਾ ਸੰਡੇ ਜਿਹੜਾ ਗੁਜ਼ਰਿਆ 2 ਦਿਨ ਪਹਿਲੋਂ ਅਸੀਂ ਉਹਨੂੰ ਪੈਂਟੀਕੋਸਟਲ ਸੰਡੇ ਕਹਿੰਦੇ ਆ, ਯਾਨੀ ਈਦ ਪੈਂਟੀਕੋਸਟ ਦੇ ਯਾਦ ਵਿੱਚ ਉਹ ਸੰਡੇ ਮਨਾਇਆ ਜਾਂਦਾ ਔਰ ਇਹਦੇ 'ਚ ਖਾਸ ਤੌਰ ਤੇ ਇੱਕ ਗਿਫਟ ਜਿਹੜਾ ਖੁਦਾਵੰਦ ਯਿਸੂ ਮਸੀਹ ਨੇ ਕਿਹਾ ਸੀ ਕਿ ਜਦੋਂ ਤੱਕ ਤੁਹਾਨੂੰ ਨਾ ਮਿਲੇ ਤੁਸੀਂ ਇੱਥੇ ਹੀ ਠਹਿਰੇ ਰਹੋ ਤੇ ਯਰੂਸ਼ਲਮ 'ਚ ਠਹਿਰੇ ਰਹੋ। ਜਦੋਂ ਇਹ ਤੁਹਾਨੂੰ ਮਿਲੇਗਾ ਤੁਸੀਂ ਕੂਵਤ ਪਾਓਗੇ ਤੇ ਯਰੂਸ਼ਲਮ ਯਹੂਦੀਆ ਬਲਕਿ ਸਾਮਰੀਆ ਤੱਕ ਮੇਰੇ ਗਵਾਹ ਹੋਵੋਗੇ। ਸੋ ਸ਼ਾਗਿਰਦ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਸਨ ਔਰ ਇਹ ਗਿਫਟ ਜਿਹੜਾ ਉਹ ਪੈਂਤੀਕੋਸਟ ਵਾਲੇ ਦਿਨ ਈਦ ਪੈਂਤੀਕੋਸਟ ਵਾਲੇ ਦਿਨ ਇਹ ਆਇਆ ਤੇ ਅੱਜ ਦੀ ਸਾਡੀ ਜਿਹੜੀ ਗੱਲਬਾਤ ਹੈ ਉਹ ਵੀ ਇਸੇ ਬਾਰੇ 'ਚ ਹੋਏਗੀ। ਸੋ ਮੈਂ ਬ੍ਰਦਰ ਜੀ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਇਮਾਲ ਦੀ ਕਿਤਾਬ ਉਹਦਾ ਦੂਜਾ ਬਾਬ ਤੇ ਉਹਦੀ ਪਹਿਲੀ 13 ਆਇਤ ਸਾਡੇ ਲਈ ਪੜੋਗੇ ਤੇ ਬੜੀ ਮਿਹਰਬਾਨੀ ਜੀ। ਅਸੀਂ ਪਰਮੇਸ਼ਰ ਦੇ ਕਲਾਮ ਚ ਪੜਾਂਗੇ ਰਸੂਲਾਂ ਦੇ ਕਰਤੱਵ ਉਹਦਾ ਦੂਸਰਾ ਅਧਿਆਇ 1 ਤੋਂ ਲੈ ਕੇ 13 ਤੱਕ। ਪਰਮੇਸ਼ਰ ਦੇ ਕਲਾਮ ਦੇ ਵਿੱਚ ਇਸ ਤਰ੍ਹਾਂ ਲਿਖਿਆ, ਜਦ ਪੈਂਤੇਕੋਸਤ ਦਾ ਦਿਨ ਆਇਆ ਉਹ ਸਭ ਇੱਕ ਥਾਂ ਇਕੱਠੇ ਸਨ ਔਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੜੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ ਔਰ ਉਹਨਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ। ਤਦ ਉਹ ਸਭ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ। ਹਰ ਇੱਕ ਦੇਸ਼ ਵਿੱਚੋਂ ਜੋ ਆਕਾਸ਼ ਦੇ ਹੇਠ ਹੈ ਯਹੂਦੀ ਭਗਤ ਲੋਕ ਯਰੂਸ਼ਲਮ ਵਿੱਚ ਵਸਦੇ ਸਨ। ਸੋ ਜਾਂ ਇਹ ਆਵਾਜ਼ ਆਈ ਤਾਂ ਭੀੜ ਲੱਗ ਗਈ ਅਤੇ ਲੋਕ ਹੱਕੇ ਬੱਕੇ ਰਹਿ ਗਏ ਕਿਉਂ ਜੋ ਹਰ ਇੱਕ ਨੇ ਉਹਨਾਂ ਨੂੰ ਆਪਣੀ ਆਪਣੀ ਬੋਲੀ ਬੋਲਦੇ ਸੁਣਿਆ। ਉਹ ਅਚਰਜ ਰਹਿ ਗਏ ਔਰ ਹੈਰਾਨ ਹੋ ਕੇ ਕਹਿਣ ਲੱਗੇ, ਵੇਖੋ ਇਹ ਸਭ ਜਿਹੜੇ ਬੋਲਦੇ ਹਨ ਕੀ ਗਲੀਲੀ ਨਹੀਂ? ਫਿਰ ਕਿਕਰ ਹਰ ਇੱਕ ਸਾਡੇ ਵਿੱਚੋਂ ਆਪੋ ਆਪਣੀ ਜਨਮ ਭੂਮੀ ਦੀ ਭਾਖਿਆ ਸੁਣਦਾ ਹੈ। ਅਸੀਂ ਜਿਹੜੇ ਪਾਰਥੀ ਅਰਮੇਦੀ ਔਰ ਇਲਾਮੀ ਹਾਂ ਅਤੇ ਮੈਸੋਪੋਟੇਮੀਆ और यहूदिया और कुदपिकिया और पिंतस और आसिया फिगस और पेमाफियोलिया और मिस्र और लीबिया दे उस हिस्से दे रहन वाले हाँ जो करेन दे लागे है और जेड़े रोमी मुसाफर की यहूदी मरीद अते करेती अते अरबी हैगे उन्हां नूं अपनी अपनी भाख्या विच परमेश्वर दे वड्डे वड्डे कामां दा ਵਖਾਣ ਕਰਦੇ ਸੁਣਦੇ ਹਾਂ ਜੀ ਅਤੇ ਸਭੋ ਅਚਰਜ ਰਹਿ ਗਏ ਅਤੇ ਦੁਬਦਾ ਵਿੱਚ ਪੈ ਕੇ ਇੱਕ ਦੂਜੇ ਨੂੰ ਆਖਣ ਲੱਗੇ ਕਿ ਇਹ ਕੀ ਹੋਇਆ ਚਾਹੁੰਦਾ ਹੈ। ਹੋਰਨਾਂ ਮਖੌਲ ਨਾਲ ਕਿਹਾ ਪਈਏ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ। ਖੁਦਾ ਦੇ ਪਾਕ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਬਰਕਤ ਹੋਵੇ। ਆਮੀਨ ਆਮੀਨ ਆਮੀਨ। ਲਓ ਜੀ ਮੈਂ ਲੈਂਦੇ ਪੰਜਾਬ ਦੀ ਹੁਣ ਪੰਜਾਬੀ ਚ ਪੜ੍ਹਨ ਲੱਗਾ ਤੇ ਇਹਦਾ ਜਿਹੜਾ ਟਾਈਟਲ ਹੈ ਉਹ ਵੇ ਰੂਲ ਕੁਦਸ ਦਾ ਉਤਰਨਾ। ਤੇ ਜਦ ਪੈਂਤੀਕੋਸਤ ਦਾ ਦਿਨ ਆ ਗਿਆ ਸਾਰੇ ਇੱਕ ਤਾਂ ਇਕੱਠੇ ਹੋਏ ਤੇ ਇੱਕਦਮ ਅਸਮਾਨ ਤੋਂ ਇੱਕ ਆਵਾਜ਼ ਆਈ ਜਿਵੇਂ ਵੱਡੀ ਹਨੇਰੀ ਦੀ ਸ਼ੂਕਰ ਹੋਵੇ ਤੇ ਸਾਰਾ ਘਰ ਜਿੱਥੇ ਉਹ ਬੈਠੇ ਸਨ ਉਹਦੇ ਨਾਲ ਭਰ ਗਿਆ ਤੇ ਅੱਗ ਦੀਆਂ ਪਾਟੀਆਂ ਹੋਈਆਂ ਜ਼ਬਾਨਾਂ ਵਾਂਗੂ ਉਹਨਾਂ ਤੇ ਆ ਠਹਿਰੀਆਂ ਤੇ ਉਹਨਾਂ ਵਿੱਚੋਂ ਇੱਕ ਦੇ ਸਿਰ ਤੇ ਆ ਗਈਆਂ, ਹਰ ਇੱਕ ਦੇ ਸਿਰ ਤੇ ਆ ਗਈਆਂ। ਤਦ ਉਹ ਸਾਰੇ ਪਾਕ ਰੂਹ ਨਾਲ ਭਰ ਗਏ ਤੇ ਬੋਲੀ ਉੱਪਰਲੀਆਂ ਬੋਲੀਆਂ ਬੋਲਣ ਲੱਗੇ ਜਿਵੇਂ ਰੂਹ ਉਹਨਾਂ ਨੂੰ ਬੋਲਣ ਦੀ ਤਾਕਤ ਦਿੱਤੀ।
ਤੇ ਦੀਨਦਾਰ ਯਹੂਦੀ ਹਰ ਇੱਕ ਕੌਮ ਵਿੱਚੋਂ ਜਿਹੜੀ ਅਸਮਾਨ ਦੇ ਹੇਠ ਹੈ ਉਦੋਂ ਯਰੂਸ਼ਲਮ ਵਿੱਚ ਰਹਿੰਦੇ ਸਨ। ਸੋ ਜਦ ਇਹ ਆਵਾਜ਼ ਆਈ ਤਦ ਬਹੁਤ ਲੋਕ ਜਮ੍ਹਾਂ ਹੋਏ ਤੇ ਹੈਰਾਨ ਹੋਏ, ਕਿਉਂਕਿ ਜੋ ਸਾਰਿਆਂ ਸੁਣਿਆ ਭਈ ਇਹ ਸਾਡੀਆਂ ਬੋਲੀਆਂ ਬੋਲਦੇ ਨੇ। ਤੇ ਸਾਰੇ ਹੈਰਾਨ ਹੋਣ ਲੱਗੇ ਤੇ ਆਖਣ ਲੱਗੇ, ਇਹ ਜਿਹੜੇ ਬੋਲਦੇ ਨੇ ਸਾਰੇ ਗਲੀਲੀ ਨਹੀਂ? ਫਿਰ ਅਸੀਂ ਕਿਉਂ ਆਪਣੇ ਆਪਣੇ ਵਤਨ ਦੀ ਬੋਲੀ ਸੁਣਨੇ ਆ? ਅਸੀਂ ਪਾਰਥੀ ਤੇ ਮਾਦੀ ਤੇ ਇਲਾਮੀ ਤੇ ਮਸੋਪੋਤਾਮੀਆ ਦੇ ਰਹਿਣ ਵਾਲੇ ਆ, ਯਹੂਦੀਆ ਤੇ ਕਪਤੁਕਤੀਆ ਦੇ, ਪੈਂਤੂਸ ਤੇ ਆਸੀਆ, ਫਰੋਗੀਆ ਤੇ ਪੰਫੀਲੀਆ, ਮਿਸਰ ਤੇ ਲਬੂਆ ਦੇ ਇਲਾਕੇ ਦੇ ਜਿਹੜਾ ਕ੍ਰੀਤੇ ਵਾਲੇ, ਨਾਲੇ ਰੂਮੀ ਮੁਸਾਫਰ, ਭਾਵੇਂ ਯਹੂਦੀ ਤੇ ਭਾਵੇਂ ਇਹਨਾਂ ਦੇ ਮੁਰੀਦ, ਕੁਰੀਤੀ ਤੇ ਅਰਬੀਆਂ, ਤੇ ਆਪਣੀਆਂ ਆਪਣੀਆਂ ਬੋਲੀਆਂ ਵਿੱਚ ਇਹਨਾਂ ਨੂੰ ਖੁਦਾ ਦੀਆਂ ਵੱਡੀਆਂ ਗੱਲਾਂ ਬੋਲਦੇ ਸੁਣਨੇ ਆ। ਤੇ ਸਾਰੇ ਤੁਅੱਜਬ ਕਰਨ ਲੱਗੇ ਤੇ ਘਬਰਾ ਗਏ ਤੇ ਇੱਕ ਦੂਜੇ ਨੂੰ ਕਹਿਣ ਲੱਗੇ ਭਈ ਇਹ ਕੀ ਹੋ ਗਿਆ ਹੈ, ਹੋਣ ਲੱਗਾ ਹੈ। ਹੋਰਨਾਂ ਮਖੌਲ ਕਰਕੇ ਆਖਿਆ, ਇਹਨਾਂ ਨੂੰ ਸਜਰੀ ਮੈਅ ਦਾ ਨਸ਼ਾ ਹੈ। ਖੁਦਾਵੰਦ ਦੇ ਪਾਕ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਖੁਦਾਵੰਦ ਦੀ ਬਰਕਤ ਹੋਵੇ। ਆਮੀਨ। ਹਾਂਜੀ, ਮੈਂ ਸ਼ੁਰੂ 'ਚ ਵੀ ਜ਼ਿਕਰ ਕੀਤਾ ਸੀ ਕਿ ਖੁਦਾਵੰਦ ਯਿਸੂ ਨੇ ਜਾਣ ਤੋਂ ਪਹਿਲੋਂ, ਅਸਮਾਨ ਤੇ ਉਠਾਏ ਜਾਣ ਤੋਂ ਪਹਿਲੋਂ, ਅਸੀਂ ਇਹਦੇ ਬਾਰੇ 'ਚ ਅੱਗੇ ਜ਼ਿਕਰ ਕੀਤਾ, ਪ੍ਰੋਗਰਾਮ ਵੀ ਕੀਤਾ। ਤੇ ਉਹਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਯਰੂਸ਼ਲਮ ਤੋਂ ਬਾਹਰ ਨਾ ਜਾਓ ਜਦੋਂ ਤੱਕ ਤੁਹਾਨੂੰ ਉਹ ਗਿਫਟ ਜਿਹੜਾ ਉਹ ਨਾ ਮਿਲੇ। ਔਰ ਉਹ ਕੀ ਹੈ? ਰੂਲ ਕੁਦਸ, ਹੋਲੀ ਸਪਿਰਿਟ। ਫਿਰ ਅੱਗੇ ਕਿਹਾ ਕਿ ਜਦੋਂ ਤੁਹਾਨੂੰ ਇਹ ਕਿਹਨੂੰ ਕਹਿੰਦੇ ਨੇ, ਇਹ ਤੁਹਾਡੇ ਤੇ ਨਾਜ਼ਲ ਹੋਏਗਾ, ਤੁਸੀਂ ਕੁਵਤ ਪਾਓਗੇ, ਯਾਨੀ ਤੁਸੀਂ ਮਜ਼ਬੂਤ ਹੋ ਜਾਓਗੇ। ਤੇ ਯਹੂਦੀਆ ਸਾਮਰੀਆ, ਬਲਕਿ ਯਰੂਸ਼ਲਮ, ਯਹੂਦੀਆ, ਸਾਮਰੀਆ, ਬਲਕਿ ਜ਼ਮੀਨ ਦੀ ਇੰਤਹਾ ਤੱਕ ਮੇਰੇ ਕੀ ਹੋਵੋਗੇ? ਗਵਾਹ ਹੋਵੋਗੇ। ਤੇ ਉਹ ਉੱਥੇ ਠਹਿਰੇ ਰਹੇ ਔਰ ਉਹ ਇਸੇ ਗਿਫਟ ਦਾ ਇੰਤਜ਼ਾਰ ਕਰ ਰਹੇ ਰਹੇ। ਹਾਂਜੀ ਬ੍ਰਦਰ ਜੀ, ਮੈਂ ਤੁਹਾਡੇ ਕੋਲ ਪੁੱਛਾਂਗਾ ਕਿ ਇਹ ਰੂਲ ਕੁਦਸ ਕੀ ਚੀਜ਼ ਹੈ, ਜਾਂ ਕਿਸ ਤਰ੍ਹਾਂ ਅਸੀਂ ਇਹਨੂੰ ਬਿਆਨ ਕਰ ਸਕਦੇ ਹਾਂ? ਜੀ। ਜਿਸ ਤਰ੍ਹਾਂ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾ ਬਾਪ, ਖੁਦਾ ਬੇਟੇ, ਖੁਦਾ ਪਾਕ ਰੂਹ ਦੇ ਵਿੱਚ, ਇਹ ਟ੍ਰਿਨਿਟੀ ਦਾ ਇੱਕ ਬਹੁਤ ਇੰਪੋਰਟੈਂਟ ਇੱਕ ਪਰਸਨ ਹੈ। ਉਹਨੂੰ ਅਸੀਂ ਹੋਲੀ ਸਪਿਰਿਟ ਕਹਿੰਦੇ ਹਾਂ। ਹੋਲੀ ਸਪਿਰਿਟ ਦੀ ਜੇ ਅਸੀਂ ਗੱਲਬਾਤ ਕਰਦੇ ਹਾਂ, ਜਿੱਦਾਂ ਅਸੀਂ ਪਿਛਲੇ 2 ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਦੱਸਿਆ, ਡਾਕਟਰ ਸਾਹਿਬ ਨੇ ਦੱਸਿਆ, ਅਸੀਂ ਵੀ ਇਸ ਦੇ ਬਾਰੇ ਜਿਹੜਾ ਹੈ ਉਹ ਜ਼ਿਕਰ ਕੀਤਾ ਕਿ ਪੁਰਾਣੇ ਅਹਿਦਨਾਮੇ ਦੇ ਵਿੱਚ, ਓਲਡ ਟੈਸਟਾਮੈਂਟ ਦੇ ਵਿੱਚ, ਇਹ ਖੁਦਾ ਦਾ ਰੂਹ ਜਿਹੜਾ ਸੀ ਉਹ ਗਿਣਿਆ ਮਿਣਿਆ ਲੋਕਾਂ ਨੂੰ ਮਿਲਦਾ ਸੀ। ਹਾਂਜੀ, ਨਹੀਂ, ਸ਼ੁਰੂ 'ਚ ਅਗਰ ਪੈਦਾਇਸ਼ ਨੂੰ ਵੇਖੀਏ ਤਾਂ ਉੱਥੇ ਸ਼ੁਰੂ ਦੇ ਵਿੱਚ ਹੀ ਜਦੋਂ ਕੁਝ ਵੀ ਨਹੀਂ ਸੀ, ਤੇ ਲਿਖਿਆ ਵੀ ਉਹਦਾ ਰੂਹ ਜਿਹੜਾ ਪਾਣੀ ਤੇ ਜੁੰਬਸ਼ ਕਰਦਾ ਸੀ। ਯਾਨੀ ਹਾਂਜੀ, ਹਾਂ, ਪੈਦਾਇਸ਼ ਤੋਂ ਲੈ ਕੇ ਰੈਵਲੇਸ਼ਨ ਤੱਕ ਇਹ ਪਰਮੇਸ਼ਰ ਦਾ ਰੂਹ ਹੈ ਜਿਹੜਾ ਉਹ ਦੇ ਬਾਰੇ ਜਿਹੜਾ ਹੈ ਵਿਆਖਿਆ ਜਿਹੜੀ ਹੈ ਉਹ ਦਿੱਤੀ ਗਈ ਹੈ ਇਹਦੇ ਬਾਰੇ। ਜੀ। ਔਰ ਇਹ ਪਾਕ ਰੂਹ ਜਿਹੜਾ ਹੈ, ਇਹ ਜਿੱਦਾਂ ਹੁਣ ਤੁਸੀਂ ਪੈਦਾਇਸ਼ ਦੀ ਗੱਲਬਾਤ ਕੀਤੀ ਹੈ, ਤੇ ਜਦੋਂ ਖੁਦਾ ਨੇ ਜੋ ਕੁਝ ਕਿਹਾ ਉਸੇ ਤਰ੍ਹਾਂ ਦੇ ਨਾਲ ਜਿਹੜੀ ਆ ਉਹ ਕ੍ਰੀਏਸ਼ਨ ਹੋ ਗਈ। ਪਰ ਮਨੁੱਖ ਨੂੰ ਉਸਨੇ ਮਿੱਟੀ ਤੋਂ ਲਿਆ, ਉਹਦਾ ਪੁਤਲਾ ਬਣਾਇਆ। ਜੀ। ਔਰ ਉਹ ਪੁਤਲੇ ਦੇ ਵਿੱਚ ਖੁਦਾ ਨੇ ਜੀਵਨ ਦਾ ਜਿਹੜਾ ਰੂਹ ਜਿਹੜਾ ਹੈ ਉਹ ਫੂਕਿਆ, ਤੇ ਫਿਰ ਆਦਮ ਜਿਹੜਾ ਹੈ ਉਹ ਜਿੰਦਾ ਜਾਨ ਹੋਇਆ। ਬਿਲਕੁਲ ਰਾਈਟ। ਤੇ ਇਹ ਖੁਦਾ ਪਾਕ ਰੂਹ ਜਿਹੜਾ ਹੈ ਇਹ ਸ਼ੁਰੂ ਤੋਂ ਹੀ ਹੈ, ਪਰ ਉਦੋਂ ਜਿਹੜਾ ਸੀ ਇਹ ਖੁਦਾ ਪਾਕ ਰੂਹ ਦਾ ਜਿਹੜਾ ਮਸਾ ਜਿਹੜਾ ਸੀ, ਜਾਂ ਉਹਦੀ ਅਨਾਇੰਟਿੰਗ ਜਿਹੜੀ ਸੀ, ਜਾਂ ਉਹ ਜਿਹੜੀ ਮਿਲਦੀ ਸੀ, ਉਹ ਪ੍ਰਭੂ ਦੇ ਜਿਹੜੇ ਵੀ ਗਿਣੇ ਮਿਣੇ ਪ੍ਰਭੂ ਦੇ ਦਾਸ ਸਨ, ਨਬੀ ਸਨ, ਉਹਨਾਂ ਨੂੰ ਜਿਹੜੀ ਸੀ ਉਹ ਦਿੱਤੀ ਜਾਂਦੀ ਸੀ ਜੀ। ਤੇ ਜਦੋਂ ਉਹ ਪਾਕ ਰੂਹ ਉਹਨਾਂ ਦੇ ਉੱਤੇ ਆਉਂਦਾ ਸੀ, ਉਹ ਅਗਾਂਹ ਵਾਚਦੇ ਸਨ, ਉਹ ਦੱਸਦੇ ਸੀ ਕੀ ਹੋਣ ਵਾਲਾ ਹੈ, ਕੀ ਹੋਏਗਾ, ਉਹਦੇ ਬਾਰੇ ਜਿਹੜੀ ਹੈ ਉਹ ਗੱਲਬਾਤ ਜਿਹੜੀ ਸੀ ਉਹ ਕਰਦੇ ਸੀ ਜੀ। ਮੈਂ ਕੱਲ ਜਿਹੜਾ ਸੀ ਉਹ ਪੜ੍ਹ ਰਿਹਾ ਸੀ ਪਾਕ ਰੂਹ ਦੇ ਬਾਰੇ, ਨਹਿਮੀਆ ਦੀ ਕਿਤਾਬ ਦੇ ਵਿੱਚ ਮੈਂ ਪੜ੍ਹ ਰਿਹਾ ਸੀ, ਤੇ ਨਹਿਮੀਆ ਦੀ ਕਿਤਾਬ ਦੇ ਵਿੱਚ ਪਾਕ ਰੂਹ ਦੇ ਬਾਰੇ ਉਹ ਦੱਸਦਾ ਹੈ। ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਨਾ ਮੰਗਦਾ ਹੈ। ਜੀ
ਤੇ ਉਹ ਤੋਂ ਪਾਕਰੂ ਦਾ 9 ਬਾਪ ਜਿਹੜਾ ਹੈ ਉਹ ਬੜੀ ਸਫਾਈ ਦੇ ਨਾਲ ਸਾਨੂੰ ਦੱਸਦਾ ਹੈ ਕਿ ਕਹਿੰਦਾ 20 ਆਇਤ ਵਿੱਚ ਕਹਿੰਦਾ ਹੈ ਕਿ ਉਹ ਆਪਣੀ ਨੇਕ ਆਤਮਾ ਉਹਨਾਂ ਦੀ ਸਿੱਖਿਆ ਲਈ ਦਿੱਤੀ ਅਤੇ ਆਪਣੇ ਮੌਨ ਉਹਨਾਂ ਦੇ ਮੂੰਹ ਤੋਂ ਨਾ ਰੋਕਿਆ। ਇਹ ਕਹਿਣ ਦਾ ਭਾਵ ਇਹ ਹੈ ਕਿ ਪਰਮੇਸ਼ਰ ਦਾ ਜਿਹੜਾ ਆਤਮਾ ਹੈ ਜਦੋਂ ਉਹ ਮਿਲਦਾ ਹੈ ਤੇ ਇਹ ਸਾਨੂੰ ਟੀਚ ਕਰਦਾ ਹੈ, ਸਿਖਾਉਂਦਾ ਹੈ ਸਾਨੂੰ। ਸਹੀ। ਤੇ ਇਹ ਸ਼ੁਰੂ ਤੋਂ ਹੀ ਹੈ। ਬਿਲਕੁਲ ਬਿਲकुल। ਹਾਂਜੀ, ਬਹੁਤ ਅੱਛਾ ਜੀ, ਸ਼ੁਕਰੀਆ। ਹਾਂਜੀ ਡਾਕਟਰ ਸਾਹਿਬ, ਮੈਂ ਤੁਹਾਡੇ ਵੱਲ ਆਵਾਂਗਾ ਤੇ ਕੁਝ ਲੋਕੀ ਜਿਹੜੇ ਨੇ ਇਹਨਾਂ ਨੂੰ ਯਾਨੀ 3 ਅਸੀਂ ਜ਼ਿਕਰ ਕੀਤਾ ਕਿ ਟ੍ਰਿਨਿਟੀ ਦੇ 3 ਜਿਹੜੇ ਸ਼ਖਸੀਅਤਾਂ ਨੇ ਜਾਂ ਪਰਸਨਸ ਨੇ, ਉਹਦੇ ਚ ਬਾਪ ਹੈ, ਬੇਟਾ ਹੈ, ਰੂਲ ਕੁਦਸ ਹੈ ਜੀ। ਕਈ ਲੋਕੀ ਇਹਨੂੰ ਯਾਨੀ ਇੱਕ ਨੂੰ ਸਮਝਦੇ ਨੇ ਉੱਤੇ ਵੇ, ਇੱਕ ਉਸ ਤੋਂ ਥੱਲੇ ਵੇ ਤੇ ਇੱਕ ਉਸ ਤੋਂ ਥੱਲੇ ਵੇ, ਠੀਕ ਹੈ। ਕਿਆ ਅਸੀਂ ਇਹ ਵਾਲੀ ਅਸੈਸਮੈਂਟ ਕਰ ਸਕਦੇ ਹਾਂ ਕਿ ਇਹਨਾਂ ਤਿੰਨਾਂ ਵਿੱਚੋਂ ਇੱਕ ਜਿਹੜਾ ਉਹ ਵੱਡਾ ਹੈ ਤੇ ਇੱਕ ਜਿਹੜਾ ਛੋਟਾ ਹੈ ਔਰ ਉਸ ਤੋਂ ਇੱਕ ਛੋਟਾ ਹੈ? ਕਿਆ ਅਸੀਂ ਇਹ ਗੱਲ ਕਰ ਸਕਦੇ ਹਾਂ ਜਾਂ ਇਹ ਤਿੰਨੇ ਬਰਾਬਰ ਨੇ? ਜੀ ਜੀ, ਮੇਰੀ ਜਿੱਥੋਂ ਤੱਕ ਅੰਡਰਸਟੈਂਡਿੰਗ ਹੈ ਕਿ ਇਹ ਇੱਕ ਯੂਨਿਟੀ ਹੈਗੀ ਹੈ ਆਲ 3 ਦੀ, ਤੇ ਇਹ ਬਰਾਬਰ ਹੈਗੇ ਨੇ ਆਪਸ ਚ। ਇਹਨਾਂ ਦਾ ਰੋਲ ਵੱਖਰਾ ਵੱਖਰਾ ਹੋ ਸਕਦਾ ਹੈ, ਲੇਕਿਨ ਜਿਹਨੂੰ ਕਹੀ ਅਹੁਦੇ ਚ ਇਹ ਬਰਾਬਰ ਨੇ। ਜੀ ਜੀ, ਮੇਰਾ ਸੋਚਣਾ ਇਹ ਹੈ, ਹੁਣ ਪਤਾ ਨਹੀਂ ਤੁਸੀਂ ਐਗਰੀ ਕਰਦੇ ਕਿ ਨਹੀਂ ਇਹਨਾਂ ਦਾ ਆਪਸ। ਬਿਲਕੁਲ ਬਿਲਕੁਲ। ਵੇਖੋ ਜੀ, ਤਿੰਨੇ ਹੀ ਅਸੀਂ ਜ਼ਿਕਰ ਕਰਨੇ ਪੈਦਾਇਸ਼ ਦੀ ਕਿਤਾਬ ਦਾ। ਜੀ, ਤਿੰਨੇ ਹੀ ਜਿਹੜੇ ਨੇ ਉਹ ਬਿਗਿਨਿੰਗ ਤੋਂ ਨੇ। ਬਿਲਕੁਲ। ਔਰ ਉੱਥੇ ਬਿਗਨਿੰਗ ਚ ਕਿਹਾ ਵੀ ਹੈ ਕਿ ਵੀ ਅਸ ਆਓ ਅਸੀਂ ਬਣਾਈਏ। ਤੇ ਇਹੀ ਹੈ ਕਿ ਰੂਹ ਜਿਹੜੀ ਸੀ ਜਦੋਂ ਇਨਸਾਨ ਨੂੰ ਆਓ ਅਸੀਂ ਬਣਾਈ। ਹਾਂ, ਜਦੋਂ ਇਨਸਾਨ ਨੂੰ ਬਣਾਇਆ ਤਾਂ ਉਹੀ ਲਿਖਿਆ ਕਿ ਆਓ ਅਸੀਂ ਮਿਲ ਕੇ ਜਾਂ ਉਹ ਅਸੀਂ ਇਹਨੂੰ ਬਣਾਈਏ। ਸੋ ਅਸੀਂ ਜੋ ਜਿਹੜੀ ਗੱਲ ਕਰਨ ਦੇ ਆ ਅਸੀਂ ਉਹ ਇਹ ਵੇਖ ਕੇ ਰੂਲ ਕੁਦਸ ਜਿਹੜਾ ਹੈ ਇਹ ਸ਼ੁਰੂ ਤੋਂ ਮੈਂ ਬਿਗਿਨਿੰਗ ਤੋਂ ਔਰ ਇਹ ਟਿਲ ਐਂਡ ਰਹੇਗਾ, ਔਰ ਤਿੰਨੇ ਹੀ ਜਿਹੜੇ ਨੇ ਉਹ ਇੱਕ ਨੇ, ਠੀਕ ਹੈ। ਇਹਦੇ 'ਚ ਇੱਕ ਵੱਡਾ ਨਹੀਂ, ਇੱਕ ਛੋਟਾ ਨਹੀਂ, ਇੱਕ ਉਸ ਤੋਂ ਛੋਟਾ ਨਹੀਂ ਹੈ, ਬਲਕਿ ਤਿੰਨੇ ਹੀ ਜਿਹੜੇ ਨੇ ਉਹ ਬਰਾਬਰ ਨੇ ਔਰ ਤਿੰਨੇ ਹੀ ਮਿਲ ਕੇ ਉਹ ਕੰਮ ਇਕੱਠੇ ਕਰਦੇ ਨੇ। ਜੀ, ਲਓ ਜੀ, ਗੱਲ ਅਸੀਂ ਹੁਣ ਜਿਹੜੀ ਕਰਨ ਦੇ ਸਾਈਂ ਜਿਹੜਾ ਹਵਾਲਾ ਅਸੀਂ ਪੜਿਆ ਉਹਦੇ ਵਿੱਚ ਜ਼ਿਕਰ ਹੈ ਈਦ ਪੈਂਤੀਕੋਸਤ ਦਾ, ਠੀਕ ਹੈ। ਈਦ ਪੈਂਤੀਕੋਸਤ, ਔਰ ਇਹ ਇੱਕ ਈਦ ਸੀ ਜਿਹੜੀ ਯਹੂਦੀ ਲੋਕ ਮਨਾਉਂਦੇ ਸਨ। ਪੈਂਤੀਕੋਸਤ ਦਾ ਮਤਲਬ ਜਿਹੜਾ ਉਹ 50ਵਾਂ ਹੈ, ਯਾਨੀ 50th, ਠੀਕ ਹੈ। ਔਰ ਇਹ ਜਿਹੜੀ ਈਦ ਹੈ ਇਹ ਕਿਹਨੂੰ ਕਹਿੰਦੇ ਨੇ, ਪਾਸ ਓਵਰ ਜਿਹੜਾ ਜਾਂ ਜਿਹਨੂੰ ਅਸੀਂ ਕੀ ਕਹਿੰਦੇ ਨੇ ਪੰਜਾਬੀ ਫਸਾ ਦੀ ਈਦ ਜਿਹੜੀ ਹੈ, ਹਾਂਜੀ ਫਸਾ ਦੀ ਈਦ, ਉਹਦੇ 50ਵੇਂ ਦਿਨ ਇਹਨੂੰ ਮਨਾਇਆ ਜਾਂਦਾ ਹੈ, ਠੀਕ ਹੈ ਜੀ। ਸੋ ਇਹ ਜਿਹੜੀ ਈਦ ਸੀ ਇਹ ਵੀ ਇੱਕ ਬੜੀ ਖਾਸ ਅਹਿਮੀਅਤ ਰੱਖਦੀ ਸੀ। ਲੋਕੀ ਯਹੂਦੀ ਜਿਹੜੇ ਨੇ ਉਹ ਫਸਾ ਤੇ ਹੁੰਦੇ ਸਨ ਤੇ ਉਹ 50ਵੇਂ ਦਿਨ ਤੱਕ ਇਸ ਈਦ ਦਾ ਇੰਤਜ਼ਾਰ ਕਰਦੇ ਸਨ, ਉਹ ਉੱਥੇ ਹੀ ਰਹਿੰਦੇ ਸਨ, ਠੀਕ ਹੈ। ਸੋ ਇਹ ਜਦੋਂ ਈਦ ਪੈਂਤੀਕੋਸਤ ਦਾ ਦਿਨ ਆਇਆ ਤੇ ਰੂਲ ਕੁਦਸ ਜਿਹਦਾ ਜ਼ਿਕਰ ਪਹਿਲੂ ਕੀਤਾ ਗਿਆ ਉਹ ਉਤਰਿਆ। ਮੈਂ ਇੱਥੇ ਜ਼ਿਕਰ ਕਰਾਂਗਾ ਕਿ ਯਾਨੀ ਉਹਦੇ ਨਾਲ ਹਾਲਾਤ ਕਿਹੋ ਜਿਹੇ ਸਨ। ਪਹਿਲੀ ਗੱਲ ਤੇ ਇੱਕਦਮ ਅਸਮਾਨ ਤੋਂ ਆਵਾਜ਼ ਆਈ ਜਿਵੇਂ ਵੱਡੀ ਹਨੇਰੀ ਦੀ ਸ਼ੂਕਰ ਹੋਵੇ, ਠੀਕ ਹੈ। ਇਹ ਵੱਡੀ ਹਨੇਰੀ ਦੀ ਸ਼ੂਕਰ ਜਿਹੜੀ ਹੈ ਇਹ ਬੜਾ ਇੱਕ ਮੁਖਤਲਿਫ ਜਿਹਾ ਲਫ਼ਜ਼ ਹੈ, ਠੀਕ ਹੈ। ਸਾਡੀ ਉਰਦੂ ਬਾਈਬਲ ਚ ਲਿਖਿਆ ਜੈਸੇ ਅੰਧੇਰੀ ਕਰ ਸਨਾਟਾ, ਠੀਕ ਹੈ। ਯਾਨੀ ਸ਼ੂਕਰ ਨੂੰ ਉਹਨਾਂ ਸਨਾਟਾ ਲਿਖਿਆ ਤੇ ਯਾਨੀ ਇੱਕ ਐਸੀ ਹਾਲਤ ਹੈ। ਅਸੀਂ ਵੇਖਦੇ ਹਾਂ ਕਿ ਅਸੀਂ ਡਰਾਮਿਆਂ 'ਚ ਵੇਖਦੇ ਹਾਂ ਜਦੋਂ ਕੋਈ ਵੱਡਾ ਸੀਨ ਹੋਣ ਵਾਲਾ ਹੋਏ ਤੇ ਬੜੀ ਕਿਹਨੂੰ ਕਹਿੰਦੇ ਨੇ ਕਿ ਗਹਿਰੀ ਜੀ ਆਵਾਜ਼ ਜਿਹੜੀ ਉਹ ਕੱਢੀ ਜਾਂਦੀ ਹੈ। ਔਰ ਰੂਲ ਕੁਦਸ ਦਾ ਉਤਰਨਾ ਜਿਹੜਾ ਉਹ ਵੀ ਇੱਕ ਐਸਾ ਕਿਹਨੂੰ ਕਹਿੰਦੇ ਨੇ ਕਿ ਐਸਾ ਇੱਕ ਵਾਕਿਆ ਸੀ ਕਿ ਉਹਦੇ ਨਾਲ ਕਿਹਨੂੰ ਕਹਿੰਦੇ ਨੇ ਅਸਮਾਨ ਤੋਂ ਆਵਾਜ਼ ਆਈ ਜਿਵੇਂ ਸ਼ੂਕਰ ਦੀ ਆਵਾਜ਼ ਹੁੰਦੀ ਹੈ, ਹਨੇਰੀ ਦੀ ਸ਼ੂਕਰ ਹੁੰਦੀ ਹੈ। ਔਰ ਉਹਦੇ ਨਾਲ ਜਿੱਥੇ ਉਹ ਬੈਠੇ ਸਨ ਸਾਰਾ ਘਰ ਜਿਹੜਾ ਸੀ ਉਹਦੇ ਨਾਲ ਭਰ ਗਿਆ। ਤੇ ਉਹਦੇ ਅੱਗੇ ਫਿਰ ਲਿਖਿਆ ਕਿ ਅੱਗ ਦੀਆਂ ਫਟੀਆਂ ਹੋਈਆਂ ਜ਼ਬਾਨਾਂ ਜਿਹੜੀਆਂ ਨੇ ਉਹਨਾਂ ਤੇ ਆ ਕੇ ਠਹਿਰ ਗਈਆਂ। ਤੇ ਫਿਰ ਉਹ ਕੀ ਕਰਨ ਲੱਗੇ,
ਉਹ ਬੋਲੀਆਂ ਬੋਲਣ ਲੱਗੇ। ਡਾਕਟਰ ਸਾਹਿਬ ਅਸੀਂ ਕਿਹਨੂੰ ਕਹਿੰਦੇ ਨੇ ਅੱਜ ਅਗਰ ਵੇਖੀਏ ਤੇ ਅੱਜ ਰੂਲ ਕੁਦਸ ਦਾ ਨਜ਼ੂਲ ਜਿਹੜਾ ਉਹ ਕਿਉਂ ਨਹੀਂ ਅੱਜ ਇਸ ਤਰ੍ਹਾਂ ਦਾ ਹੁੰਦਾ, ਕਿਉਂ ਨਹੀਂ ਅਸੀਂ ਵੇਖਦੇ ਕਿ ਸੇਮ ਜਿਹੜਾ ਤਰੀਕਾ ਹੈ ਉਸ ਦੇ ਨਾਲ ਰੂਲ ਕੁਦਸ ਦਾ ਨਜ਼ੂਲ ਹੈ। ਅੱਜ ਅਸੀਂ ਕਿਸ ਤਰ੍ਹਾਂ ਇਹਨੂੰ ਮਹਿਸੂਸ ਕਰਨੇ ਆ ਜਾਂ ਕਿਸ ਤਰ੍ਹਾਂ ਇਹ ਸਾਡੀ ਜ਼ਿੰਦਗੀ ਚ ਆਉਂਦਾ? ਜੀ ਡਾਕਟਰ ਸਾਹਿਬ। ਦੇਖੋ ਭਾਈ ਸਾਹਿਬ, ਇਹ ਇੱਕ ਇਵੈਂਟ ਦੇ ਤੌਰ ਤੇ ਜਿਹੜੀ ਡਿਸਕ੍ਰਿਪਸ਼ਨ ਹੈਗੀ ਹੈ, ਕਿਉਂਕਿ ਇਹਦਾ ਇੱਕ ਜਿਹਨੂੰ ਕਿ ਜਦੋਂ ਕੋਈ ਇਵੈਂਟ ਹੁੰਦਾ ਹੈ ਤੇ ਉਹਦੀ ਇੱਕ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ, ਠੀਕ ਹੈ। ਜੀ ਜੀ ਜਿੱਦਾਂ ਜੀਸਸ ਦੇ ਡੈਥ ਦੀ ਪ੍ਰੈਪਰੇਸ਼ਨ ਉਹਨਾਂ ਨੇ ਪਹਿਲਾਂ ਕੀਤੀ ਸੀ, ਠੀਕ ਹੈ। ਉਹ ਫਿਰ ਉਹਨੂੰ ਪੂਰਾ ਹੋਇਆ ਐਂਡ ਇਟ ਵਾਜ਼ ਅ ਬਿਗ ਇਵੈਂਟ ਔਨ ਇਟਸ ਓਨ, ਠੀਕ ਹੈ। ਉਹਨਾਂ ਦਾ ਸੂਲੀ ਚੜਾਉਣਾ ਵਾਜ਼ ਨਾਟ ਅ ਸਿੰਪਲ ਥਿੰਗ ਕਿ ਇਦਾਂ ਹੀ ਹੋ ਗਿਆ ਤੇ ਖਤਮ ਹੋ ਗਈ ਕਹਾਣੀ। ਸਾਰੀ ਦੁਨੀਆ ਨੂੰ ਪਤਾ ਸੀ, ਲੋਕਾਂ ਨੇ ਰੌਲਾ ਪਾਇਆ ਕਿ ਇਹਨੂੰ ਸੂਲੀ ਚੜਾਓ, ਔਰ ਉਹਨੂੰ ਸੂਲੀ ਚੜਾਇਆ ਗਿਆ। ਲਾਈਕ ਇਟ ਵਾਜ਼ ਜੀ ਨਾਟ ਸਮॉल ਥਿੰਗ, ਇਟ ਵਾਜ਼ ਅ ਬਿਗ ਇਵੈਂਟ। ਇਹ ਜਦੋਂ ਹੁਣ ਹੋਲੀ ਸਪਿਰਿਟ ਦੀ ਗੱਲ ਹੋ ਰਹੀ ਹੈ, ਇਸੇ ਤਰ੍ਹਾਂ ਹੋਲੀ ਸਪਿਰਿਟ ਜਦੋਂ ਪਹਿਲੀ ਵਾਰੀ ਆਫਟਰ ਜਦੋਂ ਤੱਕ, ਇਸੇ ਕਰਕੇ ਜੀਸਸ ਨੇ ਕਿਹਾ ਕਿ ਜਦੋਂ ਮੈਂ ਚਲੇ ਜਾਵਾਂਗਾ, ਤੇ ਇਹ ਜੌਨ 14 verse 26 ਕਹਿੰਦਾ, ਜਦੋਂ ਮੈਂ ਚਲਾ ਜਾਵਾਂਗਾ then God will, Father will send in my name the Holy Spirit, ਠੀਕ ਹੈ, and that will teach you things and you will be reminded of everything that I have said to you, ਠੀਕ ਹੈ। ਤੇ ਜੌਨ 14:26 ਚ ਵੀ ਜੀਸਸ ਮੈਂਸ਼ਨ ਕਰਦੇ ਆ। ਸੋ ਹੋਲੀ ਸਪਿਰਿਟ ਦੀ ਆਉਣ ਦੀ ਇੱਕ ਪ੍ਰੈਪਰੇਸ਼ਨ ਸੀਗੀ, ਇੱਕ ਇਵੈਂਟ ਦੇ ਤੌਰ ਤੇ ਇਹ ਐਟ ਦਿਸ ਟਾਈਮ ਇੱਕ ਇਵੈਂਟ ਦੇ ਤੌਰ ਤੇ ਇਹ ਹੋਇਆ, ਠੀਕ ਹੈ, ਇੱਕ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਹੁਣ ਜਿਹੜੀ ਹੋਲੀ ਸਪਿਰਿਟ ਦਾ ਕੰਮ ਕਰਨ ਦਾ ਤਰੀਕਾ ਹੈ ਕਿ ਲੋਕੀ ਹਾਲੇ ਵੀ ਹੋਲੀ ਸਪਿਰਿਟ ਨੂੰ ਮਹਿਸੂਸ ਕਰਦੇ ਆ। ਡਿਫਰੈਂਟ ਤਰੀਕੇ ਨੇ, ਲੋਕਾਂ ਨੇ ਆਪਣੇ ਤਰੀਕੇ ਦੱਸੇ ਨੇ ਕਿ the way they feel it। ਕੋਈ ਲੋਕ ਫੀਲ ਕਰਦੇ ਨੇ warmth around them, ਜਿੱਦਾਂ ਕਿਸੇ ਨੇ ਉਹਨਾਂ ਨੂੰ ਫੜ ਲਿਆ ਹੈ, ਔਰ ਉਹਨਾਂ ਦੀ ਸਾਰੀ ਦੁਨੀਆ, ਜ਼ਿਆਦਾਤਰ ਇਹ ਉਦੋਂ ਜਦੋਂ ਤੁਸੀਂ ਬਹੁਤ ਜ਼ਿਆਦਾ ਖੁਦਾ ਨੂੰ ਮੈਂ ਕਹਿੰਦਾ ਪੁਕਾਰਦੇ ਹੋ ਆਪਣੇ ਪੂਰੇ ਦਿਲ ਦੇ ਨਾਲ ਟੁੱਟ ਕੇ, ਜੀਸਸ ਨੂੰ ਕਹਿੰਦੇ ਹੋ ਕਿ I want you in my life, ਤੇ ਹੋਲੀ ਸਪਿਰਿਟ ਜਸਟ ਕਮਸ ਐਂਡ ਕਾਮਸ ਯੂ ਡਾਊਨ, ਹੋਲਡ ਕਰ ਲੈਂਦੀ ਹੈ ਤੁਹਾਨੂੰ। ਐਂਡ ਕਈਆਂ ਦੀ ਫੀਲਿੰਗ ਇਦਾਂ ਦੀ ਹੈ, ਕਿ ਯੂ ਆਰ ਟੇਕਨ ਅਪ ਇਨ ਦ ਏਅਰ ਐਂਡ ਯੂ ਫੀਲ ਕਿ ਤੁਸੀਂ ਕਿਸੇ ਦੇ ਨਾਲ ਗੱਲਬਾਤ ਕਰ ਰਹੇ ਹੋ, ਔਰ ਜ਼ਿਆਦਾਤਰ ਉਹਨਾਂ ਨੂੰ ਜੀਸਸ ਕ੍ਰਾਈਸਟ ਦਿਖਾਈ ਦਿੰਦਾ ਹੈ। ਸੋ ਹੋਲੀ ਸਪਿਰਿਟ ਇਜ਼ ਸਟਿਲ ਵਰਕਿੰਗ, ਬਟ ਐਜ਼ ਆਈ ਐਮ ਸੇਇੰਗ ਕਿ ਉਦੋਂ ਇੱਕ ਇਵੈਂਟ, ਹੁਣ ਕੀ ਪਤਾ ਕਿਸੇ ਦੇਸ਼ ਜਾਂ ਕਿਸੇ ਪਿੰਡ 'ਚ ਜਾਂ ਕਿਸੇ ਕਬੀਲੇ 'ਚ ਇਸ ਵੇਲੇ ਵੀ ਹੋਲੀ ਸਪਿਰਿਟ ਇਸੇ ਤਰ੍ਹਾਂ ਆਪਣਾ ਜੋ ਕਿ ਦਰਸਾਵਾ ਕਰਦੀ ਹੋਵੇ, ਰਾਈਟ। ਐਕਚੁਅਲੀ so matlab, I will just stop here because there are so many examples we can keep on talking when Holy Spirit has come into others people life। और लोगों ने किताबां लिखियां ने होते, लोगों ने अपने वो लिखे ने ਕੀ ਕਹਿੰਦੇ ਆ ਚੇਂਜਿੰਗ ਇਫੈਕਟਸ ਲਿਖੇ ਨੇ, ਜਦੋਂ ਪਹਿਲਾਂ ਦੀ ਜ਼ਿੰਦਗੀ ਤੇ ਹੋਲੀ ਸਪਿਰਿਟ ਦੇ ਟੱਚ ਹੋਣ ਤੋਂ ਬਾਅਦ ਦੀ ਜ਼ਿੰਦਗੀ, ਐਂਡ ਹਾਊ ਟੂ ਲਿਵ ਵਿਦ ਹੋਲੀ ਸਪਿਰਿਟ, ਉਹਦੀ ਵੀ ਖੈਰ ਅੱਗੇ ਹੈਗਾ ਕਿ ਹਾਊ ਇਟ। ਸੋ ਹੋਲੀ ਸਪਿਰਿਟ ਇਜ਼ ਸਟਿਲ ਹੈਪਨਿੰਗ, ਇਜ਼ ਸਟਿਲ ਕਮਿੰਗ, ਟਾਕਿੰਗ ਟੂ ਅਸ, ਔਰ ਸਾਨੂੰ ਗਾਈਡ ਕਰਦੀ ਹੈ ਹਾਲੇ ਵੀ, ਲੇਕਿਨ ਉਹ ਇੱਕ ਇਵੈਂਟ ਦੇ ਤੌਰ ਤੇ ਸੀਗਾ, ਇਸ ਕਰਕੇ ਉਹਦਾ ਪੂਰਾ ਦਰਸਾਵਾ ਦਿੱਤਾ ਗਿਆ ਕਿ ਦ ਰੂਮ ਵਾਸ ਫਿਲਡ, ਇੱਕ ਆਵਾਜ਼ ਆਈ, ਸ਼ਾਂਤੀ ਹੋਈ, ਅੱਗ ਦੀਆਂ ਬੁਲਕੀਆਂ ਆਈਆਂ। ਸੋ ਦੋਜ਼ ਥਿੰਗਸ ਹੈਪਨਡ ਬਿਕੋਜ਼ ਇਟ ਵਾਜ਼ ਐਨ ਇਵੈਂਟ, ਐਂਡ ਇਟ ਹੈਜ਼ ਟੂ ਬੀ ਪ੍ਰੈਜ਼ੈਂਟਡ ਐਜ਼ ਐਨ ਇਵੈਂਟ, ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਹੋਲੀ ਸਪਿਰਿਟ ਹੈ। ਬਹੁਤ ਸ਼ੁਕਰੀਆ ਜੀ। ਮੈਂ ਸੋਚ ਰਿਹਾ ਸਾਂ ਕਿ ਅਗਰ ਇਮਾਲ ਦੀ ਕਿਤਾਬ ਨੂੰ ਪੜ੍ਹੀਏ ਤੇ ਦੋ ਜਗ੍ਹਾ ਤੇ ਜ਼ਿਕਰ ਹੈ ਕਿ ਇਹ ਰੂਲ ਕੁਦਸ ਜਿਹੜਾ ਉਸ ਤਰ੍ਹਾਂ ਹੀ ਨਾਜ਼ਲ ਹੋਇਆ ਜਿਸ ਤਰ੍ਹਾਂ ਈਦ ਪੈਂਤੀਕੋਸਤ ਵਾਲੇ ਦਿਨ ਹੋਇਆ ਸੀ। ਇਮਾਲ ਦੀ ਕਿਤਾਬ 'ਚ ਦੋ ਵਾਰੀ ਬਾਅਦ 'ਚ ਜ਼ਿਕਰ ਹੈ। ਤੇ ਲੇਕਿਨ ਇੱਕ ਗੱਲ ਹੈ ਕਿ ਅਸੀਂ ਕਿਹਨੂੰ ਕਹਿੰਦੇ ਨੇ ਕਿ ਜਦੋਂ ਕਿਹਨੂੰ ਕਹਿੰਦੇ ਨੇ ਹੋਲੀ ਸਪਿਰਿਟ ਜਿਹੜਾ ਜਾਂ ਜਿਹੜੇ ਉਹਦੇ ਜ਼ਹੂਰ ਹੈ, ਅੰਗਰੇਜ਼ੀ 'ਚ ਇਹਨੂੰ ਮੈਨੀਫੈਸਟੇਸ਼ਨ ਕਹਿੰਦੇ ਨੇ, ਠੀਕ ਹੈ। ਇਹਨੂੰ ਅਸੀਂ ਪੁਰਾਣੇ ਅਹਿਦਨਾਮੇ 'ਚ ਫਰਕ ਤਰੀਕੇ ਨਾਲ ਵੇਖਦੇ ਹਾਂਜੀ। ਉਹਦੇ ਬਾਅਦ ਨਏ ਅਹਿਦਨਾਮੇ 'ਚ ਵੀ ਰੂਲ ਕੁਦਸ ਆਇਆ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਖੁਦਾਵੰਦ ਯਿਸੂ ਨੇ ਬਪਤਿਸਮਾ ਲਿਆ ਯਹੋਨਾ ਕੋਲੋਂ, ਤੇ ਉਹ ਕਬੂਤਰ ਦੀ ਮਾਨਦ ਲਿਖਿਆ ਹੈ ਕਿ ਉਹਦੇ ਤੇ ਆ ਕੇ ਠਹਿਰ ਗਿਆ, ਤੇ ਅਸਮਾਨ ਤੋਂ ਆਵਾਜ਼ ਆਈ, ਇਹ ਮੇਰਾ ਬੇਟਾ ਹੈ ਜਿਹਦੇ ਤੋਂ ਮੈਂ ਖੁਸ਼ ਹਾਂ, ਠੀਕ ਹੈ। ਸੋ
ਉਦੋਂ ਵੀ ਨਾਜ਼ਲ ਹੁੰਦਾ, ਵੇਖਦੇ ਹਾਂ ਅਸੀਂ ਕਿ ਉਦੋਂ ਵੀ ਰੂਲ ਕੁਦਸ ਦਾ ਨਜ਼ੂਲ ਹੋਇਆ। ਉਹਦੇ ਬਾਅਦ ਹੁਣ ਈਦ ਪੈਂਤੀਕੋਸਤ ਦਾ ਦਿਨ ਆਇਆ ਔਰ ਉਦਣ ਵੀ। ਸੋ ਇਹਨੂੰ ਅਸੀਂ ਇਹ ਮਤ ਸਮਝੀਏ ਕਿ ਰੂਲ ਕੁਦਸ ਸਿਰਫ ਪੈਂਤੀਕੋਸਤ ਵਾਲੇ ਦਿਨ ਆਇਆ ਸੀ, ਬਲਕਿ ਜੀ ਇਸ ਤੋਂ ਪਹਿਲਾਂ ਵੀ ਉਹਦਾ ਜ਼ਹੂਰ ਜਿਹੜਾ ਹੁੰਦਾ ਰਿਹਾ, ਲੇਕਿਨ ਉਹ ਮੁਖਤਲਿਫ ਤਰੀਕਿਆਂ ਨਾਲ, ਮੁਖਤਲਿਫ ਕਿਹਨੂੰ ਕਹਿੰਦੇ ਨੇ, ਮੁਖਤਲਿਫ ਉਹਦੇ ਤਰੀਕੇ ਸਨ ਜ਼ਾਹਰ ਹੁੰਦੇ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸ਼ਮਸੂਨ ਨੇ ਉਹ ਜਦੋਂ ਅੰਨਾ ਹੋ ਗਿਆ, ਉਹਦੀਆਂ ਅੱਖਾਂ ਨਹੀਂ ਸਨ, ਤੇ ਲਿਖਿਆ ਰੂਲ ਕੁਦਸ ਉਹਦੇ ਤੇ ਨਾਜ਼ਲ ਹੋਇਆ, ਤੇ ਉਹਨੇ ਗਧੇ ਦੇ ਜਬੜੇ ਦੀ ਹੱਡੀ ਦੇ ਨਾਲ 3000 ਲੋਕਾਂ ਨੂੰ ਉਹਨੇ ਮਾਰ ਦਿੱਤਾ, ਰਾਈਟ। ਸੋ ਹਾਂਜੀ, ਯਾਨੀ ਮੈਂ ਜਿਹੜਾ ਜ਼ਿਕਰ ਕਰ ਰਿਹਾ ਉਹ ਇਹ ਵੇ ਕਿ ਇਹਦੇ ਜ਼ਹੂਰ ਦਾ, ਇਹਦੀ ਮੈਨੀਫੈਸਟੇਸ਼ਨ ਦਾ ਜਿਹੜਾ ਕਿਹਨੂੰ ਕਹਿੰਦੇ ਨੇ ਤਰੀਕਾ ਹੈ, ਉਹ ਹਰ ਦੌਰ ਦੇ ਵਿੱਚ ਮੁਖਤਲਿਫ ਹੈ। ਲੇਕਿਨ ਇੱਕ ਗੱਲ ਅਸੀਂ ਅੱਗੇ ਵੀ ਕਹੀ ਹੈ ਕਿ ਇਹ ਸ਼ੁਰੂ ਤੋਂ ਹੈ ਔਰ ਇਹ ਐਂਡ ਤੱਕ ਟ੍ਰਿਨਿਟੀ ਦਾ ਹਿੱਸਾ, ਉਸ ਤਸਲੀਸ ਦਾ ਹਿੱਸਾ ਬਣ ਕੇ ਇਹ ਹਮੇਸ਼ਾ ਤੱਕ ਰਹੇਗਾ। ਜੀ ਬ੍ਰਦਰ ਜੀ, ਲਿਖਿਆ ਕਿ ਤਾਦੋਂ ਸਾਰੇ ਪਾਕ ਰੂਹ ਨਾਲ ਭਰ ਗਏ ਤੇ ਉਪਰੀਆਂ ਬੋਲੀਆਂ ਬੋਲਣ ਲੱਗੇ, ਜਿਵੇਂ ਰੂਹ ਉਹਨਾਂ ਨੂੰ ਬੋਲਣ ਦੀ ਤਾਕਤ ਦਿੱਤੀ ਸੀ। ਸੋ ਇੱਕ ਗੱਲ ਜਿਹੜੀ ਅਸੀਂ ਫਰਕ ਵੇਖਦੇ ਹਾਂ, ਅਸੀਂ ਅੱਜ ਵੀ ਲੋਕੀ ਗੈਰ ਜ਼ਬਾਨਾਂ ਬੋਲਦੇ, ਮੈਂ ਬਹੁਤ ਜ਼ਿਆਦਾ ਗੱਲ ਦੇ ਦਿੱਤੇ ਨਹੀਂ ਕਰਾਂਗਾ, ਲੇਕਿਨ ਇੱਥੇ ਅਸੀਂ ਵੇਖਦੇ ਹਾਂ ਕਿ ਉਹ ਜਿਹੜੀ ਜ਼ੁਬਾਨ ਬੋਲਦੇ ਨੇ, ਤਕਰੀਬਨ 8 ਮੇਰਾ ਖਿਆਲ ਹੈ ਕੌਮਾਂ ਨੇ, ਠੀਕ ਹੈ। ਅਸੀਂ ਪੜਿਆ ਮੈਸੋਪੋਟਾਮੀਆ, ਪਾਰਥੀ, ਮਾਦੀ, ਇਲਾਮੀ, 15 ਲੈਂਗੁਏजेस ਨੇ। ਅੱਛਾ ਜ਼ਿਆਦਾ ਨੇ ਫਿਰ, ਠੀਕ ਹੈ। ਹਾਂਜੀ, ਤੇ ਮਿਸਰ ਤੇ ਲਬਵਾ ਤੇ ਅਰਬੀ ਤੇ ਕਿਹਨੂੰ ਕਹਿੰਦੇ ਨੇ, ਮੁਖਤਲਿਫ ਜਗ੍ਹਾ ਦੇ ਲੋਕ ਰੋਮ, ਉਹ ਆਪਣੀ ਜ਼ੁਬਾਨ ਸਮਝਦੇ ਨੇ ਕਿ ਇਹ ਸਾਡੀ ਜ਼ੁਬਾਨ ਬੋਲਣ ਦੇ ਨੇ। ਜੀ ਬ੍ਰਦਰ ਜੀ, ਇਹ ਕੋਈ ਤੁਸੀਂ ਇਹਦੇ ਬਾਰੇ ਚ ਕੁਝ ਦੱਸ ਸਕਦੇ ਹੋ ਕਿ ਕਿਉਂ ਇਸ ਦਿਨ ਉਹ ਸਾਰੇ ਆਪਣੀ ਆਪਣੀ ਬੋਲੀ ਉਹਨਾਂ ਦੀ ਮੂੰਹ ਚੋਂ ਸੁਣਦੇ ਸਨ? ਜੀ ਬ੍ਰਦਰ ਜੀ। ਪਾਸਟਰ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਉਹ ਜ਼ਿਕਰ ਕੀਤਾ ਹੈ, ਡਾਕਟਰ ਸਾਹਿਬ ਨੇ ਵੀ ਬੁੱਕ ਆਫ ਜੌਨ 14 ਚੈਪਟਰ ਦੇ ਰੈਫਰੈਂਸ ਦੇ ਕੇ ਬੜੀ ਸਫਾਈ ਦੇ ਨਾਲ ਦੱਸਿਆ, ਤੁਸੀਂ ਵੀ ਦੱਸਿਆ ਕਿ ਇਹ ਪਾਕ ਰੂਹ ਜਿਹੜਾ ਹੈ ਸਾਨੂੰ ਕੀ ਕਰਦਾ ਹੈ, ਸਿਖਾਉਂਦਾ ਹੈ। ਹੀ ਇਜ਼ ਅ ਟੀਚਰ, ਜੀ ਜੀ, ਹੈ ਨਾ। ਉਹ ਸਾਡੇ ਮੂੰਹ ਦੇ ਵਿੱਚ ਗੱਲਾਂ ਜਿਹੜੀਆਂ ਨੇ ਉਹ ਕੀ ਕਰਦਾ ਹੈ, ਪਾਉਂਦਾ ਹੈਗਾ ਹੈ। ਤੇ ਇਹ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਅੰਨੇ ਭਾਸ਼ਾ ਲੋਕੀ ਬੋਲਦੇ ਨੇ, ਅਨਨੋਨ ਲੈਂਗੁਏਜ ਜਿਹੜੀਆਂ ਨੇ ਉਹ ਬੋਲਦੇ ਨੇ, that is a one sort of a gift। ਜਿਹੜੀਆਂ ਉਹ ਅੰਨੇ ਭਾਸ਼ਾ ਬੋਲਦੇ ਨੇ, ਉਹ ਉਹਨਾਂ ਦੀ ਆਪਣੀ ਸਮਝ ਦੇ ਵਿੱਚ ਵੀ ਨਹੀਂ ਹੁੰਦੀਆਂ ਕਿ ਉਹ ਕੀ ਗੱਲ ਜਿਹੜੀ ਹੈ ਉਹ ਕਰ ਰਹੇ ਨੇ, ਕੀ ਦੁਆ ਕਰ ਰਹੇ ਨੇ। ਉਹ ਜਦੋਂ ਉਸ ਭਾਸ਼ਾ ਦੇ ਵਿੱਚ, ਉਸ ਲੈਂਗੁਏਜ 'ਚ ਦੁਆ ਕਰਦੇ ਨੇ, ਉਹ ਜਿਹੜੀ ਗੱਲ ਹੁੰਦੀ ਆ ਉਹ ਉਹਨਾਂ ਦੀ ਤੇ ਪਰਮੇਸ਼ਰ ਦੇ ਵਿੱਚ ਜਿਹੜੀ ਆ, ਖੁਦਾ ਬਾਪ ਦੇ ਵਿੱਚ ਗੱਲ ਹੁੰਦੀ ਹੈ। ਪਰ ਜਦੋਂ ਪਾਕ ਰੂਹ ਇਸ ਜਗ੍ਹਾ ਦੇ ਵਿੱਚ ਆਇਆ ਹੈਗਾ ਹੈ ਤੇ ਅਰਾਊਂਡ 15 ਟਾਈਪ ਦੀਆਂ ਜਿਹੜੀਆਂ ਨੇ ਲੈਂਗੁਏਜ ਜਿਹੜੀਆਂ ਨੇ, ਜਿਸ ਤਰ੍ਹਾਂ ਪ੍ਰਭੂ ਪਵਿੱਤਰ ਆਤਮਾ ਨੇ ਉਹਨਾਂ ਨੂੰ ਦਿੱਤੀਆਂ, ਜਿੱਥੋਂ ਜਿੱਥੋਂ ਦੇ ਉਹ ਹੋਣਗੇ ਉਸੇ ਹੀ ਭਾਸ਼ਾ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਉਹ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਕੀਤੀਆਂ ਤੇ ਲੋਕਾਂ ਨੇ ਉਹ ਚੀਜ਼ ਨੂੰ ਜਿਹੜਾ ਹੈ ਉਹ ਸਮਝਿਆ ਵੀ। ਜੀ ਜੀ, ਪੌਲ ਬੜੀ ਸਫਾਈ ਦੇ ਨਾਲ ਲਿਖਦਾ ਹੈ ਜੀ ਇਹਦੇ ਬਾਰੇ। ਉਹ ਕਹਿੰਦਾ ਹੈ ਕਿ ਮੈਂ ਆਤਮਾ ਦੇ ਵਿੱਚ ਵੀ, ਰੂਹ ਦੇ ਵਿੱਚ ਵੀ ਦੁਆ ਕਰਾਂਗਾ ਤੇ ਮੈਂ ਸਮਝ ਦੇ ਨਾਲ ਵੀ ਦੁਆ ਕਰਾਂਗਾ। ਸਹੀ। ਤੇ ਸਮਝ ਨਾਲ ਜਿਹੜੀ ਦੁਆ ਕਰਨੀ ਆ, ਹੁਣ ਅਸੀਂ ਤਿੰਨੇ ਜਣੇ ਬੈਠੇ ਆ, we can understand English, we can understand Urdu, we can understand Hindi ਔਰ we can understand ਪੰਜਾਬੀ, ਹੈ ਨਾ। ਜੇ ਸਾਡੇ ਨਾਲ ਹੁਣ ਕੋਈ ਅਰਬੀ ਦੇ ਵਿੱਚ ਗੱਲ ਕਰੇਗਾ ਤੇ ਸਾਡੇ ਪੱਲੇ ਕੁਝ ਨਹੀਂ ਪਏਗਾ, ਹੈ ਨਾ। ਬਿਲਕੁਲ। ਜਾਂ ਕੋਈ ਹੋਰ ਕਿਸੇ ਭਾਸ਼ਾ ਦੇ ਵਿੱਚ ਜਿਹੜੀ ਆ ਉਹ ਗੱਲ ਕਰ ਰਿਹਾ ਹੈ, ਫ੍ਰੈਂਚ 'ਚ ਗੱਲ ਕਰ ਰਿਹਾ ਹੈ, ਤੇ ਸ਼ਾਇਦ ਸਾਡੇ ਪੱਲੇ ਨਹੀਂ ਪਏਗਾ। ਪਰ ਜਦੋਂ ਖੁਦਾ ਦਾ ਪਾਕ ਰੂਹ ਜਿਹੜਾ ਹੈ ਉਹ ਸਾਨੂੰ ਸਮਝ ਦੇਗਾ ਕਿ ਇਹ ਕੀ ਗੱਲ ਕਰ ਰਿਹਾ ਹੈ, ਤੇ ਫਿਰ ਉਹ ਸਾਡੀ ਸਮਝ ਦੇ ਵਿੱਚ ਵੀ ਆਏਗੀ। ਸਹੀ। ਉਹ ਕਹਿੰਦਾ ਹੈ ਕਿ ਜੇ ਤੁਸੀਂ ਉਹਨਾਂ ਭਾਸ਼ਾ 'ਚ ਗੱਲ ਕਰਦੇ ਹੋ ਤੇ ਇਹ ਤੋਂ ਬੈਟਰ ਹੈ ਜੇ ਗਰੁੱਪ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਤੇ ਉਹਦੇ 'ਚ ਕੋਈ ਇੰਟਰਪ੍ਰੀਟੇਸ਼ਨ ਕਰਨ ਵਾਲਾ ਹੋਣਾ ਚਾਹੀਦਾ ਕਿ ਇਹ ਜਿਹੜੀ ਗੱਲਬਾਤ ਹੋ ਰਹੀ ਹੈ ਕੀ ਹੋ ਰਹੀ ਹੈ। ਸਹੀ। ਤੇ ਸਮਝ ਦੇ ਨਾਲ ਜਿਹੜੀ ਗੱਲ ਕਰਨੀ ਹੈਗੀ ਹੈ ਨਾ, ਜਿਹੜੀ ਇੱਥੇ ਜਿਹੜੀ ਉਹਨੇ ਦ ਡੇ ਆਫ ਪੈਂਟੀਕੋਸਟ ਦੇ ਵਿੱਚ ਜਿਹੜਾ ਇਹ ਮਿਲਿਆ ਹੈ ਲੋਕਾਂ ਨੂੰ, ਉਸ ਟਾਈਮ ਦੇ ਉੱਤੇ ਜਿੰਨੇ ਲੋਕ ਗਰੁੱਪ 'ਚ ਇਕੱਠੇ ਸਨ, ਉਹਨਾਂ ਨੇ ਜੋ ਵੀ ਬੋਲਿਆ, ਔਰ ਜਿਹੜੇ ਲੋਕ ਉਸ ਗਰੁੱਪ ਦੇ ਵਿੱਚ ਬਾਹਰ ਉਹਨਾਂ ਨੂੰ ਸੁਣ ਰਹੇ ਸਨ ਜਾਂ ਉਸ ਅਪਰ ਰੂਮ ਦੇ ਵਿੱਚ ਸਨ,
ਉਹਨਾਂ ਦੀ ਉਹ ਸਮਝ 'ਚ ਆਇਆ ਕਿ ਗੱਲ ਕੀ ਕਰ ਰਹੇ ਨੇ। ਸਹੀ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀ ਗੱਲ ਅਸੀਂ ਕਰੀਏ ਉਹ ਕਿਸੇ ਦੇ ਸਮਝ ਦੇ ਵਿੱਚ ਆਏ। ਬਿਲਕੁਲ ਮੈਨੂੰ ਬੜਾ ਅੱਛਾ ਲੱਗਦਾ ਹੈ ਇਹ ਟੀਚਿੰਗ ਦੇ ਪੁਆਇੰਟ ਆਫ ਵਿਊ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਜਦੋਂ ਉਹ ਗਰੁੱਪ ਦੇ ਨਾਲ ਗੱਲ ਕਰਦੇ ਸੀ, ਲੋਕਾਂ ਦੇ ਨਾਲ ਗੱਲ ਕਰਦੇ ਸੀ, ਉਹਨਾਂ ਦੇ ਆਲੇ ਦੁਆਲੇ ਤੋਂ ਹੀ ਉਹ ਚੀਜ਼ਾਂ ਲੈ ਕੇ ਪੈਰਾਬਲਸ ਦੇ ਵਿੱਚ ਗੱਲ ਕਰਦੇ ਜਿਹੜੀ ਉਹਨਾਂ ਦੇ ਪੱਲੇ ਪੈ ਜੇ, ਸਮਝ ਦੇ ਵਿੱਚ ਆ ਜੇ। ਜਿੰਨੇ ਦੇਰ ਤੱਕ ਕਿਸੇ ਦੇ ਸਮਝ 'ਚ ਨਹੀਂ ਆਏਗਾ ਤੇ ਜੇ ਕੋਈ ਇਹੋ ਜਿਹੀ ਬੋਲੀ ਬੋਲੇਗਾ ਜਾਂ ਵੱਡੇ ਵੱਡੇ ਸੈਂਟੈਂਸ ਬੋਲੇਗਾ ਤੇ ਜਾਂ ਵੱਡੀ ਵੱਡੀ ਵੋਕੈਬਲਰੀ ਦੀਆਂ ਗੱਲਾਂ ਕਰੇਗਾ, ਵੱਡੀ ਵੱਡੀ ਥਿਓਲੋਜੀ ਦੀਆਂ ਗੱਲਾਂ ਕਰੇਗਾ, ਜੇ ਉਹਨਾਂ ਦੇ ਪੱਲੇ ਨਹੀਂ ਪਏਗਾ ਤੇ ਫਿਰ ਤੇ ਕੋਈ ਫਾਇਦਾ ਨਹੀਂ ਹੈਗਾ। ਸਹੀ ਬਿਲਕੁਲ ਹੈ ਨਾ ਜੀ। ਤੇ ਇਸ ਕਰਕੇ ਉਹ ਭਾਸ਼ਾ ਜਿਹੜੀ ਕਿਸੇ ਦੇ ਸਮਝ ਦੇ ਵਿੱਚ ਆਏ, ਉਸੇ ਹੀ ਭਾਸ਼ਾ ਦੇ ਵਿੱਚ ਜਿਹੜੀ ਹੈ ਉਹ ਪਰਮੇਸ਼ਰ ਜਿਹੜਾ ਹੈ ਉਹ ਗੱਲ ਕਰਾਂਦਾ ਹੈਗਾ। ਬਿਲਕੁਲ, ਬਹੁਤ ਸ਼ੁਕਰੀਆ ਜੀ। ਮੈਂ ਸ਼ਾਇਦ ਅੱਗੇ ਵੀ ਜ਼ਿਕਰ ਕੀਤਾ ਕਿ ਸਾਨੂੰ ਬੈਕ ਤੇ ਜਾ ਕੇ ਇੱਕ ਹੋਰ ਜਿਹੜਾ ਵਾਕਿਆ ਹੈ, ਬਾਬਲ ਦਾ ਬੁਰਜ ਜਦੋਂ ਬਣਾਉਣ ਦੇ ਸਨ ਲੋਕੀ, ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਯਾਦ ਹੈ ਕਿ ਜਿਹੜੀ ਭਾਸ਼ਾ ਹੈ ਜਾਂ ਜ਼ਬਾਨਾਂ ਦੀ ਦੇ ਵਿੱਚ ਫਰਕ ਆਇਆ ਸੀ, ਉੱਥੋਂ ਹੀ ਆਇਆ। ਹਾਂਜੀ, ਉੱਥੋਂ ਹੀ ਸਟਾਰਟ ਹੋਇਆ। ਉੱਥੋਂ ਸਟਾਰਟ ਹੋਇਆ ਸੀ ਕਿ ਉਹ ਬਾਬਲ ਦਾ ਬੁਰਜ ਬਣਾਉਣ ਲੱਗੇ ਤੇ ਖੁਦਾ ਨੇ ਉਹਨਾਂ ਦੀਆਂ ਜ਼ੁਬਾਨਾਂ ਜਿਹੜੀਆਂ ਨੇ ਉਹਨਾਂ ਦੀਆਂ ਉਹ ਇੱਕ ਦੂਜੇ ਨੂੰ ਸਮਝ ਨਾ ਸਕਣ, ਠੀਕ ਹੈ, ਔਰ ਬੋਲੀਆਂ ਦੇ ਵਿੱਚ ਫਰਕ ਪਾ ਦਿੱਤਾ, ਠੀਕ ਹੈ। ਮੈਂ ਜੋ ਕੁਝ ਸਮਝਣਾ ਮੇਰੀ ਨਾਕਸ ਅਕਲ ਦੇ ਮੁਤਾਬਕ ਕਿ ਇਹ ਜਿਹੜਾ ਵਾਕਿਆ ਇਹ ਅਸਲ 'ਚ ਰਿਵਰਸਲ ਹੈ ਜਾਂ ਰਿਵਰਸ ਹੋਇਆ ਉਹੀ ਵਾਕਿਆ ਕਿ ਉੱਥੇ ਉਹ ਇੱਕ ਦੂਜੇ ਦੀ ਗੱਲ ਨਹੀਂ ਸਮਝਦੇ ਤੇ ਇੱਥੇ ਇੱਕ ਬੰਦਾ ਬੋਲਦਾ ਤੇ ਸਾਰੇ ਹੀ ਸਮਝ ਰਹੇ ਨੇ, ਹੈ ਨਾ। ਸੋ ਇਹ ਖੁਦਾ ਨੇ, ਦੇਖੋ ਗੱਲ ਇਹ ਵੇ ਕਿ ਜਿਹੜੀ ਬਾਈਬਲ ਮੁਕੱਦਸ ਹੈ ਉਹ ਅਸਲ 'ਚ ਹੈ ਹੀ ਰਿਵਰਸਲ ਹੈ ਹਰ ਸ਼ੈ ਦਾ, ਠੀਕ ਹੈ। ਜੋ ਕੁਛ ਕਿਹਨੂੰ ਕਹਿੰਦੇ ਨੇ ਹੋਇਆ ਉਹਦੇ 'ਚ, ਕਿਹਨੂੰ ਕਹਿੰਦੇ ਨੇ ਬਾਗੇ ਅਦਨ 'ਚ ਹੋਇਆ, ਉਹਦੀ ਰਿਵਰਸ ਅਸੀਂ ਜਾ ਕੇ ਕਿੱਥੇ ਰੈਵੋਲੂਸ਼ਨ 'ਚ ਵੇਖਦੇ ਹਾਂ, ਠੀਕ ਹੈ। ਫਿਰ ਉਹੀ ਜ਼ਿੰਦਗੀ ਦਾ ਦਰਖਤ ਹੋਏਗਾ, ਉੱਥੋਂ ਤੁਸੀਂ ਫਲ ਖਾਓਗੇ, ਉਸੇ ਜਗ੍ਹਾ ਤੇ ਖੁਦਾ ਦੇ ਨਾਲ ਤੁਹਾਡੀ ਰਫਾਕਤ ਹੋਏਗੀ, ਨਵਾਂ ਯਰੂਸ਼ਲਮ ਹੋਏਗਾ, ਠੀਕ ਹੈ। ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਅਸਲ 'ਚ ਰਿਵਰਸਲ ਹੈ ਜੋ ਕੁਛ ਤਾਰੀਖ 'ਚ ਹੋਇਆ ਜੀ। ਔਰ ਖੁਦਾਵੰਦ ਯਿਸੂ ਮਸੀਹ ਦਾ ਆਣਾ ਵੀ ਇਸ ਗੱਲ ਨੂੰ ਠੀਕ ਕਰਨਾ ਹੈ ਕਿ ਫਿਰ ਤੋਂ ਉਹੀ ਜਿਹੜੀ ਬਹਾਲੀ ਹੈ ਉਹ ਆਏ ਜੀ। ਡਾਕਟਰ ਸਾਹਿਬ, ਤੁਸੀਂ ਤੁਹਾਡਾ ਕੀ ਇਹਦੇ ਬਾਰੇ 'ਚ ਖਿਆਲ ਹੈ? ਨਹੀਂ, ਮੈਂ ਬਸ ਜੋ ਬ੍ਰਦਰ ਇਮੈਨੂਅਲ ਜੀ ਨੇ ਗੱਲ ਕੀਤੀ ਹੈ ਕਿ ਲੈਂਗੁਏਜ ਦਾ ਇਹੀ ਫਰਕ ਸੀਗਾ ਕਿ ਇਹ ਆਣਾ, ਔਰ ਜਿੱਦਾਂ ਮੈਂ ਕਿਹਾ ਕਿ ਹੋਲੀ ਸਪਿਰਿਟ ਦਾ ਇਸ ਵੇਲੇ ਇਟ ਵਾਜ਼ ਐਨ ਇਵੈਂਟ, ਇੱਕ ਸੈਲੀਬ੍ਰੇਸ਼ਨ ਹੋ ਰਹੀ ਸੀ ਉੱਥੇ ਪੈਂਟਕੋਸਟ ਦੀ ਜੀ। ਬਹੁਤ ਸਾਰੇ ਲੋਕ ਸੀਗੇ, ਡਿਫਰੈਂਟ ਥਾਵਾਂ ਤੋਂ ਆਏ ਤੇ ਉਹਨਾਂ ਸਾਰਿਆਂ ਦੀ ਭਾਸ਼ਾ ਦੇ ਵਿੱਚ, ਆਪਣੀ ਆਪਣੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਮਝਾਉਣਾ, ਔਰ ਉਹ ਮੈਸੇਜ ਜਿਹੜਾ ਹੈ, ਜੋ ਵੀ ਮੈਸੇਜ ਉਸ ਵੇਲੇ ਉਹ ਬੋਲ ਰਹੇ ਸੀਗੇ, ਪੀਟਰ ਫਿਰ ਉਸ ਮੈਸੇਜ ਨੂੰ ਸਿੰਪਲੀਫਾਈ ਕਰਕੇ ਦੱਸਦਾ ਹੈ। ਸਹੀ ਗੱਲ ਉੱਥੇ ਨਹੀਂ ਖਤਮ ਹੋ ਜਾਂਦੀ। ਉਸ ਤੋਂ ਬਾਅਦ ਅਗਲੀ ਵਰਸਿਸ ਜਿਹੜੀਆਂ ਨੇ ਉਹ 'ਚ ਪੀਟਰ ਫਿਰ ਸਾਰੀ ਉਹ ਦੋਵੇਂ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਦੱਸਦਾ ਹੈ ਕਿ ਜੋ ਇਹ ਗੱਲਾਂ ਕਹਿ ਰਹੇ ਨੇ ਉਹ ਐਕਚੁਅਲੀ ਕੀ ਕਹਿ ਰਹੇ ਨੇ। ਔਰ ਉਹ ਇਹੀ ਗੱਲਾਂ ਜਿਹੜੀ ਹੁਣ ਪੀਟਰ ਨੇ ਕਹੀਆਂ ਨੇ ਉਹ ਸੇਮ ਟੂ ਸੇਮ ਗੱਲਾਂ ਜਿਹੜੀਆਂ ਸੀਗੀਆਂ ਉਹ ਬਾਕੀ ਸਾਰੇ ਨਬੀ ਜਿਹੜੇ ਸੀ ਉਹ ਉਹਨਾਂ ਦੀ ਨੇਟਿਵ ਲੈਂਗੁਏਜ, ਆਪਣੀ ਆਪਣੀ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਸਮਝਾ ਰਹੇ ਸੀਗੇ ਜੀ ਜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਉਸ ਵੇਲੇ ਖੁਦਾ ਨੇ ਇੱਕ ਐਸਾ ਇੰਤਜ਼ਾਮ ਕੀਤਾ, ਰਾਈਟ, ਜਿੱਦਾਂ ਕਿ ਪ੍ਰੋਮਿਸ ਕੀਤਾ ਗਿਆ, ਹੋਲੀ ਸਪਿਰਿਟ ਆਈ, ਔਰ ਇਸੇ ਕਰਕੇ ਜੀਸਸ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਰਹੋ। ਦੇਖੋ ਜੀਸਸ ਦੇ ਉਹ ਜਦੋਂ ਗਧਾ ਮੰਗਾਇਆ ਸੀ ਉਹਦੇ ਵਾਸਤੇ ਵੀ ਪੂਰੀ ਪਲੈਨਿੰਗ ਸੀਗੀ, ਰਾਈਟ, ਪੂਰੀ ਪਲੈਨਿੰਗ ਸੀਗੀ ਕਿੱਥੋਂ ਲੈਣ ਜਾਣਾ ਵਾ, ਉਹ ਕੀ ਕਹਿਣਗੇ, ਉਹ ਕੀ ਪੁੱਛਣਗੇ, ਤੁਸੀਂ ਕੀ ਜਵਾਬ ਦੇਣਾ ਹੈ, ਤੁਸੀਂ ਕਿੱਥੇ ਵਾਪਸ ਲੈ ਕੇ ਆਣਾ ਹੈ, ਤੁਸੀਂ ਕੀ ਕਰਨਾ ਹੈ। ਸੇਮ ਟੂ ਸੇਮ ਹੁਣ ਵੀ ਤੁਸੀਂ ਧਿਆਨ ਨਾਲ ਦੇਖੋ ਕਿ ਪੂਰੀ ਪਲੈਨਿੰਗ ਹੋਈ ਹੈ, ਤੁਸੀਂ ਇੱਥੇ ਰਹਿਣਾ ਹੈ, ਤੁਹਾਡੇ ਤੇ ਹੋਲੀ ਸਪਿਰਿਟ ਆਏਗੀ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਹੋਲੀ ਸਪਿਰਿਟ ਕਰੇਗੀ ਕੀ, ਔਰ ਇਹ ਪਲਾਨ ਇਹ ਸੀਗਾ ਕਿ ਹੋਲੀ ਸਪਿਰਿਟ ਵਿਲ ਗਿਵ them the language to speak in everybody's language so that they can witness। ਦੇਖੋ ਪਹਿਲੇ कहता ਸੀ be my witness, तो witness ਜਿਹੜਾ ਹੈ this is the best witness they were able to do in their own languages। ਹਾਂਜੀ, ਬਹੁਤ ਸ਼ੁਕਰੀਆ ਜੀ। ਬੜੀਆਂ ਸੋਹਣੀਆਂ ਗੱਲਾਂ ਹੋਣ ਡੀਆਂ ਨੇ, ਲੇਕਿਨ ਸਾਡਾ ਬ੍ਰੇਕ ਲੈਣ ਦਾ ਟਾਈਮ ਆ ਗਿਆ। ਸੋ ਬ੍ਰੇਕ ਦੇ ਬਾਅਦ ਅਸੀਂ ਗੱਲਬਾਤ ਜਾਰੀ ਰੱਖਾਂਗੇ। ਸੋ ਫਿਰ ਮਿਲਦੇ ਹਾਂ ਬ੍ਰੇਕ ਦੇ ਬਾਅਦ। ਸ਼ੁਕਰੀਆ। ਸ਼ੁਕਰੀਆ। To the beloved service partners,
We thank the Lord for your love and continuous encouragement with prayer and financial support towards the mission. You have stood with us from the first day until now so that we are able to complete the work that God has entrusted to us. The spreading of the gospel to the countries of the 1040 window, which includes Africa, India, and China. In the upcoming days, we will be bringing awareness of suffering for the sake of evangelism. Now, we are working on discipleship projects to record programs in 8 Indian languages. We are also making progress in technology and performance so that all of the channels of the Aramaic Broadcasting Network will be on the iCloud to ensure premium quality content. We thank you for your continued financial support, and we would like to remind you that support can be sent by sending a check to ABN at the mailing address of P.O. Box 724, Walled Lake, Michigan 48390, or through our website www.abnsat.com, or by calling 248-416-1300. And may the Lord bless you. ਹਾਂਜੀ, ਬ੍ਰੇਕ ਦੇ ਬਾਅਦ ਫਿਰ ਤੁਹਾਨੂੰ ਤੁਹਾਡਾ ਨਿੱਘਾ ਸਵਾਗਤ ਕਰਨੇ ਆ ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਤੋਂ ਤੁਹਾਨੂੰ ਬਰਕਤ ਮਿਲ ਰਹੀ ਹੋਏਗੀ। ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸਾਂ ਕਿ ਯਾਨੀ ਬਾਈਬਲ ਮੁਕੱਦਸ ਜਿਹੜੀ ਹੈ ਉਹਦੇ 'ਚ ਅਸੀਂ ਰਿਵਰਸ ਵੇਖਦੇ ਹਾਂ। ਖੁਦਾ ਦੇ ਨਾਲ ਆਦਮ ਤੇ ਹਵਾ ਜਿਹੜੇ ਸਨ ਉਹ ਬਾਗ ਦੇ ਵਿੱਚ ਸੈਰ ਕਰਦੇ ਸਨ, ਉਹਨਾਂ ਦੀ ਆਪਸ ਦੇ ਵਿੱਚ ਫੈਲੋਸ਼ਿਪ ਸੀ, ਰਫਾਕਤ ਸੀ, ਔਰ ਉਹ ਗੁਨਾਹ ਦੀ ਵਜ੍ਹਾ ਤੋਂ ਟੁੱਟ ਗਈ। ਔਰ ਖੁਦਾ ਜਿਹੜੀ ਪੂਰੀ ਬਾਈਬਲ ਹੈ ਉਹ ਇਸੇ ਤੇ ਕਿਹਨੂੰ ਕਹਿੰਦੇ ਨੇ ਡਿਪੈਂਡ ਕਰਦੀ ਹੈ ਕਿ ਕਿਸ ਤਰ੍ਹਾਂ ਉਹੀ ਜਿਹੜੀ ਇੱਕ ਚੀਜ਼ ਜਿਹੜੀ ਸੀ ਖੁਦਾ ਦੇ ਨਾਲ ਰਫਾਕਤ ਜਿਹੜੀ ਸੀ ਉਹ ਖਤਮ ਹੋਈ, ਕਿਸ ਤਰ੍ਹਾਂ ਉਹਨੂੰ ਦੁਬਾਰਾ ਬਹਾਲ ਕੀਤਾ ਜਾਏ। ਔਰ ਇਹ ਜਿਹੜਾ ਰੂਲ ਕੁਦਸ ਦਾ ਨਜ਼ੂਲ ਹੈ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਐਸੀ ਕੜੀ ਹੈ। ਮੈਂ ਪੜ੍ਹ ਰਿਹਾ ਸਾਂ ਕਿ ਲਾਤੀਨੀ ਦੇ ਵਿੱਚ ਜਿਹੜਾ ਰੂਲ ਕੁਦਸ ਦੇ ਲਫ਼ਜ਼ ਹੈ ਉਹ ਫੋਰਟਿਸ ਹੈ, FORTIS, ਫੋਰਟਿਸ, ਔਰ ਇਹਦਾ ਮਤਲਬ ਹੈ ਬਹਾਦਰ ਹੋ ਜਾਣਾ। ਠੀਕ ਹੈ, ਯਾਨੀ ਜਿਸ ਤਰ੍ਹਾਂ ਕੁਵਤ ਲਿਖਿਆ ਨਾ ਵੀ ਉਹਦੇ ਨਾਲ ਕੁਵਤ ਮਿਲਦੀ ਹੈ ਤੇ ਇਹਦੇ ਨਾਲ ਬਹਾਦਰ ਵੀ ਹੋ ਜਾਂਦੇ। ਔਰ ਅਸੀਂ ਬਹਾਦਰੀ ਵੇਖਦੇ ਹਾਂ ਪਤਰਸ ਦੀ, ਹੈ ਨਾ। ਹਾਂਜੀ ਹਾਂਜੀ, ਜਿਹਨੇ 3 ਵਾਰੀ ਲੌਂਡੀ ਦੇ ਸਾਹਮਣੇ ਵੀ ਕਿਹਾ ਕਿ ਮੈਂ ਤਾਂ ਯਿਸੂ ਨੂੰ ਜਾਣਦਾ ਹੀ ਨਹੀਂ, 3 ਵਾਰੀ ਇਨਕਾਰ ਕੀਤਾ, ਹੈ ਨਾ। ਲੇਕਿਨ ਜਦੋਂ ਉਹਨੂੰ ਰੂਲ ਕੁਦਸ ਮਿਲ ਗਿਆ ਤੇ ਕੀ ਹੋਇਆ, ਉਹਨੇ ਅੱਗੇ ਤਕਰੀਰ ਉਹਦੀ ਜਿਹੜੀ 13ਵੀਂ ਆਇਤ ਪੜ੍ਹੀਏ, 14ਵੀਂ ਤੋਂ ਅੱਗੇ ਅਸੀਂ ਪੜ੍ਹੀਏ, ਤੇ ਉਹਨੇ ਤਕਰੀਰ ਕੀਤੀ ਜਿਹਦੇ ਨਾਲ 3000 ਲੋਕੀ ਜਿਹੜੇ ਨੇ ਉਹ ਕਿਹਨੂੰ ਕਹਿੰਦੇ ਨੇ ਈਮਾਨ ਲੈ ਆਏ। ਔਰ ਇਹੋ ਹੀ ਬਹਾਦਰੀ, ਇਹੋ ਹੀ ਕੂਵਤ ਅਸੀਂ ਵੇਖਦੇ ਹਾਂ ਜਿਹੜੀ ਰੂਲ ਕੁਦਸ ਦੇ ਵਸੀਲੇ ਮਿਲਦੀ ਹੈ। ਬ੍ਰਦਰ ਜੀ, ਮੈਂ ਥੋੜ੍ਹੀ ਜਿਹੀ ਇੱਕ ਗੱਲ ਕਰਾਂਗਾ ਜਿਹੜੀ ਅਸੀਂ ਜਿਹੜਾ ਹਵਾਲਾ ਪੜ੍ਹਿਆ, ਤੇ ਇਹਦੇ 'ਚ ਜ਼ਿਕਰ ਹੈ ਕਿ ਇਹ ਜਿਹੜੇ ਸ਼ਾਗਿਰਦ ਨੇ ਇਹ ਸਾਰੇ ਗਲੀਲੀ ਨਹੀਂ, ਕਹਿੰਦੇ ਨੇ ਇਹ ਜਿਹੜੇ ਬੋਲਦੇ ਨੇ ਸਾਰੇ ਗਲੀਲੀ ਨਹੀਂ। ਫਿਰ ਕਿਉਂ ਅਸੀਂ ਆਪਣੀ ਬੋਲੀ ਸਮਝਦੇ ਹਾਂ? ਗਲੀਲੀ ਲੋਕ ਜਿਹੜੇ ਸਨ ਅਸਲ 'ਚ ਇਹ ਜ਼ਿਆਦਾਤਰ ਮੱਛੀਆਂ ਫੜਨ ਵਾਲੇ ਸਨ। ਖੁਦਾਵੰਦ ਯਿਸੂ ਮਸੀਹ ਦੇ ਜਿਹੜੇ 12 ਸ਼ਾਗਿਰਦ ਸਨ, ਸਿਰਫ ਯਹੂਦਾ ਅਸਕਰਯੂਤੀ ਕਹਿੰਦੇ ਨੇ ਕਿ ਉਹ ਗਲੀਲ ਦਾ ਨਹੀਂ ਸੀ, ਬਾਕੀ ਸਾਰੇ ਸ਼ਾਗਿਰਦ ਜਿਹੜੇ ਨੇ ਉਹ ਗਲੀਲ ਦੇ ਨੇ। ਤੇ ਅਸੀਂ ਵੇਖਦੇ ਹਾਂ ਕਿ ਜਦੋਂ ਕਿਹਨੂੰ ਕਹਿੰਦੇ ਨੇ ਸ਼ਾਗਿਰਦਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਤੇ ਅਨਪੜ੍ਹ ਲੋਕੀ ਨੇ, ਹੈ ਨਾ, ਯਾਨੀ ਇਹ ਪੜ੍ਹੇ ਲਿਖੇ ਨਹੀਂ ਨੇ। ਹਾਲਾਂਕਿ ਉਹਨਾਂ ਨੇ ਕਿਹਨੂੰ ਕਹਿੰਦੇ ਨੇ ਸ਼ਰੀਅਤ ਪੜ੍ਹੀ ਹੈ। ਲੇਕਿਨ ਜਿਹੜਾ ਮੈਂ ਜ਼ਿਕਰ ਕਰਨ ਲੱਗਾ ਬ੍ਰਦਰ ਜੀ ਕਿ ਅਸੀਂ ਅਕਸਰ ਕਈ ਵਾਰੀ ਲੋਕਾਂ ਦੀ ਜਿਹੜੀ ਨੇਚਰ ਹੈ ਜਾਂ ਜਿਹੜੀ ਉਹਨਾਂ ਦੀ ਨੈਸ਼ਨੈਲਿਟੀ ਹੈ ਜਾਂ ਉਹਨਾਂ ਦੀ ਬੈਕਗਰਾਊਂਡ ਜਿਹੜੀ ਹੈ ਉਹਦੇ ਤੋਂ ਅਸੀਂ ਲੋਕਾਂ ਨੂੰ ਕਮਤਰ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ, ਮੈਨੂੰ ਯਾਦ ਹੈ ਕਿ ਇੱਕ ਸ਼ਾਗਿਰਦ ਨੇ ਕਿਹਾ ਸੀ ਕਿ ਨਾਸਰਤ ਚੋਂ ਕਿਹੜੀ ਚੰਗੀ ਚੀਜ਼ ਨਿਕਲ ਸਕਦੀ ਹੈ, ਹੈ ਨਾ। ਸੋ ਕਿਸ ਤਰ੍ਹਾਂ ਅਸੀਂ ਇਸ ਗੱਲ ਨੂੰ ਹਜ਼ਮ ਕਰੀਏ ਕਿ ਖੁਦਾ ਜਿਹੜਾ ਉਹ ਕਿਸੇ ਨੂੰ ਵੀ ਇਸਤੇਮਾਲ ਕਰ ਸਕਦਾ ਹੈ। ਖੁਦਾ ਜਿਹੜਾ
ਉਹ ਕਿਸੇ ਨੂੰ ਵੀ ਆਪਣੇ ਨਾਂ ਦੇ ਜਲਾਲ ਲਈ ਇਸਤੇਮਾਲ ਕਰ ਸਕਦੇ। ਜੀ ਬ੍ਰਦਰ ਜੀ। ਪਾਸਟਰ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਖੁਦਾ ਜਿਹੜਾ ਹੈ ਕਿਸੇ ਨੂੰ ਵੀ, ਜਦੋਂ ਇਹ ਪਾਕਰੂ ਉਹ ਆਪਣਾ ਭੇਜਦਾ ਹੈ ਕਿਸੇ ਦੇ ਉੱਤੇ ਵੀ, ਪੌਲ ਬੜੀ ਸਫਾਈ ਦੇ ਨਾਲ ਉਹ ਦੱਸਦਾ ਹੈ ਰੂਹ ਦੇ ਦੁਆਰਾ ਕਿ ਉਹਨੇ ਬੁੱਧਵਾਨ ਜਿਹੜੇ ਨੇ, ਵਾਈਜ਼ ਮੈਨ ਜਿਹੜੇ ਨੇ, ਉਹਨਾਂ ਨੂੰ ਜਿਹੜਾ ਹੈ ਸਾਈਡ ਤੇ ਕਰਕੇ ਮੂਰਖਾਂ ਨੂੰ ਜਿਹੜਾ ਹੈ ਉਹਨੇ ਚੁਣ ਲਿਆ, ਤਾਂ ਜੋ ਕਿ ਉਹਨਾਂ ਦੀਆਂ ਜਿਹੜੀਆਂ ਉਹ ਸੋਚਦੇ ਨੇ ਕਿ ਉਹ ਬੜੇ ਗਿਆਨਵਾਨ ਨੇ, ਉਹਨਾਂ ਦੇ ਗਿਆਨ ਨੂੰ ਜਿਹੜਾ ਹੈ ਸਾਈਡ ਤੇ ਕਰਨ ਦੇ ਵਾਸਤੇ ਉਹਨੇ ਮੂਰਖਾਂ ਨੂੰ ਚੁਣਿਆ। ਬਿਲਕੁਲ। ਤੇ ਖੁਦਾ ਜਿਹੜਾ ਹੈ ਉਹ ਕਿਸੇ ਨੂੰ ਵੀ ਚੁਣ ਕੇ ਆਪਣੀ ਮਹਿਮਾ ਦੇ ਵਾਸਤੇ, ਆਪਣੇ ਜਲਾਲ ਦੇ ਵਾਸਤੇ ਖਰਚ ਕਰ ਸਕਦਾ ਹੈ। ਬਹੁਤ ਅੱਛਾ। ਤੇ ਉਹ ਕਰ ਰਿਹਾ ਹੈ ਅੱਜ ਵੀ। ਸਹੀ। ਬੜੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਸੋਚਦੇ ਨੇ ਕਿ ਉਹਨਾਂ ਕੋਲ ਬਹੁਤ ਸਾਰਾ ਗਿਆਨ, ਬਹੁਤ ਸਾਰਾ ਉਹਨਾਂ ਕੋਲ ਪਾਵਰ ਹੈਗੀ ਆ, ਪਰ ਉਸ ਗਿਆਨ ਔਰ ਉਸ ਪਾਵਰ ਦੇ ਨਾਲ ਉਹ ਕੁਝ ਨਹੀਂ ਕਰ ਸਕਦੇ। ਪਰ ਜਦੋਂ ਪਰਮੇਸ਼ਵਰ ਦਾ ਇਹ ਪਾਕ ਰੂਹ ਜਿਹੜਾ ਹੈ ਆਂਦਾ ਹੈਗਾ ਹੈ ਜੀ, ਤੇ ਉਹ ਬਲ ਦਿੰਦਾ ਹੈ, ਸਮਰਥਾ ਦਿੰਦਾ ਹੈ ਵੱਡੇ ਵੱਡੇ ਕੰਮ ਕਰਨ ਦੇ ਵਾਸਤੇ। ਜਿਹੜੇ ਇੰਪੋਸੀਬਲ ਚੀਜ਼ਾਂ ਨੇ ਉਹਨਾਂ ਨੂੰ ਪੋਸੀਬਲ ਕਰਨ ਦੇ ਵਿੱਚ ਖੁਦਾ ਆਪਣੇ ਬੰਦਿਆਂ ਨੂੰ ਇਸਤੇਮਾਲ ਕਰਦਾ ਹੈ। ਸਹੀ। ਇਹ ਅਮਾਲ ਦੀ ਕਿਤਾਬ ਨੂੰ, ਰਸੂਲਾਂ ਦੇ ਕਿਤਾਬ ਨੂੰ ਜਦੋਂ ਤੁਸੀਂ ਅੱਗੇ ਪੜ੍ਹਦੇ ਹੋ, ਤੀਸਰੇ ਅਧਿਆਏ ਨੂੰ ਹੀ ਪੜ੍ਹਦੇ ਹੋ, ਦੂਸਰੇ ਅਧਿਆਏ ਦੇ ਵਿੱਚ ਜਿਹੜੀ ਆ ਤੁਸੀਂ ਗੱਲ ਦੱਸ ਦਿੱਤੀ ਕਿ ਜਦੋਂ ਪਤਰਸ ਦੇ ਉੱਤੇ ਇਹ ਪਾਕ ਰੂਹ ਆਇਆ ਤੇ ਉਹਨੇ ਤਕਰੀਰ ਕੀਤੀ ਤੇ 3000 ਲੋਕਾਂ ਨੇ ਪਛਤਾਪ ਕੀਤਾ। ਬਿਲਕੁਲ। ਉਹਦੇ ਤੋਂ ਅਗਲੇ ਅਧਿਆਏ ਦੇ ਵਿੱਚ ਜਦੋਂ ਚਲੇ ਜਾਂਦੇ ਹੈਗੇ ਉਹ, ਤੇ ਪਤਰਸ ਤੇ ਯੂਹੰਨਾ ਜਿਹੜੇ ਨੇ ਉਹ ਹੈਕਲ ਦੇ ਵਿੱਚ ਪ੍ਰਾਰਥਨਾ ਕਰਨ ਲਈ ਜਾ ਰਹੇ ਨੇ। ਬਿਲਕੁਲ। ਤੇ ਉੱਥੇ ਇੱਕ ਲੰਗੜਾ ਜਿਹੜਾ ਹੈ ਸੋਹਣੇ ਗੇਟ ਦੇ ਉੱਤੇ ਬੈਠਾ ਹੈ। ਜੀ ਜੀ। ਉਹਨੇ ਆਸ ਰੱਖੀ, ਇੱਕ ਉਮੀਦ ਦੇ ਨਾਲ ਇਹਨਾਂ ਦੇ ਵੱਲ ਦੇਖਿਆ ਤੇ ਉਹਨਾਂ ਦੇ ਅੱਗੇ ਹੱਥ ਫੈਲਾਇਆ ਕਿ ਮੈਨੂੰ ਕੁਝ ਜਿਹੜਾ ਹੈ ਕੋਈ ਇਹਨਾਂ ਕੋਲ ਕੋਈ ਚਾਂਦੀ ਦਾ ਜਾਂ ਸੋਨੇ ਦਾ ਜਾਂ ਕੋਈ ਸਿੱਕਾ ਜਿਹੜਾ ਉਹ ਮਿਲੇਗਾ। ਪਰ ਉਹ ਉੱਥੇ ਉਹਨਾਂ ਨੂੰ ਕਹਿੰਦੇ ਆ ਕਿ ਨਾ ਸਾਡੇ ਕੋਲ ਸੋਨਾ ਹੈ, ਨਾ ਸਾਡੇ ਕੋਲ ਚਾਂਦੀ ਆ, ਸਾਡੇ ਕੋਲ ਕੀ ਹੈਗਾ ਹੈ, ਪ੍ਰਭੂ ਯਿਸੂ ਮਸੀਹ ਦਾ ਨਾਂ। ਤੇ ਉਹਦਾ ਹੱਥ ਫੜਦੇ ਆ ਤੇ ਉਹਨੂੰ ਕਹਿੰਦੇ ਆ ਕਿ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੂੰ ਖੜਾ ਹੋ ਜਾ। ਤੇ ਉਹਦੇ ਟੱਕਣਿਆਂ ਦੇ ਵਿੱਚ ਜਿਹੜੀ ਆ ਉਹ ਤਾਕਤ ਆ ਗਈ, ਤਾਕਤ ਮਜ਼ਬੂਤ ਹੋ ਗਈ। ਉਹ ਜਿਹੜਾ ਜਮਾਂਦਰੂ ਲੰਗੜਾ ਸੀ, ਜਿਨ੍ਹਾਂ ਨੇ ਡਾਕਟਰ ਦੀ ਜਿਹੜੀ ਆ ਉਹ ਟ੍ਰੇਨਿੰਗ ਕੀਤੀ ਆ, ਜਾਂ ਜਿਹੜੇ ਵੈਦ ਸਨ ਜਾਂ ਹਕੀਮ ਸਨ, ਉਹ ਉਹਨੂੰ ਚੰਗਾ ਨਹੀਂ ਕਰ ਸਕੇ। ਉਹਨਾਂ ਦੀ ਐਜੂਕੇਸ਼ਨ, ਉਹਨਾਂ ਦਾ ਨੌਲੇਜ ਉਹਨਾਂ ਨੂੰ ਚੰਗਾ ਨਹੀਂ ਕਰ ਸਕਿਆ। ਪਰ ਇੱਕ ਦੁਆ ਨੇ ਜਿਹੜੀ ਯੂਹੰਨਾ ਤੇ ਪਤਰਸ ਨੇ, ਉਹਨਾਂ ਨੇ ਕਿਹਾ ਕਿ ਤੈਨੂੰ ਅਸੀਂ ਯਿਸੂ ਦੇ ਨਾਂ ਦੇ ਵਿੱਚ ਕਹਿੰਦੇ ਆ, ਉੱਠ ਤੇ ਖੜਾ ਹੋ ਜਾ। ਤੇ ਉਸੇ ਵੇਲੇ ਖੜਾ ਹੋ ਗਿਆ। ਇਹ ਹੈ ਤਾਕਤ। ਬਹੁਤ ਅੱਛੀ। ਇਹ ਹੈ ਇੱਕ ਪਰਮੇਸ਼ਵਰ ਦਾ ਕਿਰਪਾ ਜਿਹੜੀ ਆਪਣੇ ਉਹ ਲੋਕਾਂ ਦੇ ਉੱਤੇ ਕਰਦਾ, ਕਿਸੇ ਦੇ ਉੱਤੇ ਵੀ ਕਰ ਸਕਦਾ ਹੈ ਉਹ। ਤੇ ਪਰਮੇਸ਼ਵਰ ਉਹਨੂੰ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸਦਾ ਹੈਗਾ। ਸਹੀ। ਬਸ ਇੱਕ ਵਾਕਿਆ ਹੈ, ਜੇ ਟਾਈਮ ਹੈਗਾ 2 ਮਿੰਟ ਦੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਮੰਗਦਾ। ਜ਼ਰੂਰ ਜ਼ਰੂਰ। ਇੱਥੇ ਵੀ ਜਿਹੜਾ ਹੈ ਪ੍ਰਭੂ ਪਵਿੱਤਰ ਆਤਮਾ ਜਿਹੜਾ ਹੈ, ਤੁਸੀਂ ਕਹਿੰਦੇ ਕਿ ਇੱਕ ਬੜੀ ਆਵਾਜ਼ ਦੇ ਨਾਲ, ਬੜੀ ਗੂੰਜ ਦੇ ਨਾਲ ਜਿਹੜਾ ਹੈ ਉਹ ਆਇਆ। ਬਿਲਕੁਲ। ਤੇ ਤੁਸੀਂ ਬੜੀ ਸਫਾਈ ਦੇ ਨਾਲ ਦੱਸਿਆ ਹੈ ਕਿ ਜੋ ਕੁਝ ਓਲਡ ਟੈਸਟਾਮੈਂਟ ਦੇ ਵਿੱਚ ਹੋਇਆ ਹੈ, ਜਦੋਂ ਤੁਸੀਂ ਉਹਨੂੰ ਨਿਊ ਟੈਸਟਾਮੈਂਟ ਦੇ ਵਿੱਚ ਦੇਖਦੇ ਹੋ ਤਾਂ ਉਹਦਾ ਬੜਾ ਤਗੜਾ ਲਿੰਕ ਜਿਹੜਾ ਹੈ ਇੱਕ ਦੂਜੇ ਦੇ ਨਾਲ ਹੈਗਾ। ਬਿਲਕੁਲ। ਜਦੋਂ ਤੁਸੀਂ ਇਹ 37 ਅਧਿਆਏ ਨੂੰ ਪੜ੍ਹਦੇ ਹੋ, ਹਿਜ਼ਕੀਏਲ ਉਹਦਾ 37 ਬਾਪ ਨੂੰ ਤੁਸੀਂ ਪੜ੍ਹਦੇ ਹੋ, ਜੀ ਜੀ, ਉੱਥੇ ਵੀ ਇੱਕ ਬੜਾ ਅਜੀਬ ਜਿਹੜਾ ਹੈ ਉਹ ਕੰਮ ਹੋਇਆ ਹੈ। ਅੱਛਾ। ਹੈਨਾ, ਉਹ ਕੰਮ ਕੀ ਹੋਇਆ ਹੈ ਕਿ ਪਰਮੇਸ਼ਵਰ ਦਾ ਰੂਹ ਜਿਹੜਾ ਹੈ ਪਰਮੇਸ਼ਵਰ ਦੇ ਇਸ ਦਾਸ ਦੇ ਉੱਤੇ, ਇਸ ਨਬੀ ਦੇ ਉੱਤੇ ਆਂਦਾ ਹੈ ਤੇ ਉਹਨੂੰ ਰੂਹ ਜਿਹੜਾ ਹੈ ਉਹਨੂੰ ਬਾਹਰ ਲੈ ਆਉਂਦਾ ਹੈ ਤੇ ਵਾਦੀ ਦੇ ਵਿੱਚ ਲੈ ਆਉਂਦਾ ਹੈ ਤੇ ਉੱਥੇ ਦੇਖਦਾ ਹੈ ਹੱਡੀਆਂ ਵਾ। ਹਾਂਜੀ ਹਾਂਜੀ। ਤੇ ਉਹ ਹੱਡੀਆਂ ਨੂੰ ਕਹਿੰਦਾ ਕਿ ਇਹਨਾਂ ਨੂੰ ਤੂੰ ਕਹਿ, ਇਹਨਾਂ ਨੂੰ ਹੁਕਮ ਦੇ, ਜੀਤੀ ਜਾਨ ਹੋ ਜਾਏ। ਹਾਂ। ਤੇ ਉੱਥੇ ਵੀ ਇਹ ਜਿਹੜਾ ਰੂਹ ਜਿਹੜਾ ਹੈਗਾ ਨਾ 9ਵੀਂ ਆਇਤ ਦੇ ਵਿੱਚ ਲਿਖਿਆ ਹੈ, ਮੈਂ ਪੜਾਂਗਾ ਇਹਨੂੰ। ਤਾਂ ਉਹਨੇ ਮੈਨੂੰ ਆਖਿਆ ਕਿ ਆਤਮਾ ਲਈ ਅਗਾਂਹ ਵਾਚ, ਹੇ ਆਦਮੀ ਦੇ ਪੁੱਤਰ ਅਗਾਂਹ ਵਾਚ,
ਤੂੰ ਆਤਮਾ ਨੂੰ ਆਖ ਕਿ ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ, ਇਹ ਆਤਮਾ ਤੁਸੀਂ ਚਫੇਰੋ ਦੀਆਂ ਹਵਾ ਤੋਂ ਆਓ ਅਤੇ ਵੱਡਿਆਂ ਹੋਇਆਂ ਵਿੱਚ ਆਤਮਾ ਪਾਓ ਕਿ ਉਹ ਜਿੰਦਿਆਂ ਹੋ ਜਾਣ। ਸਹੀ। ਇੱਥੇ ਵੀ ਇੱਕ ਹਵਾ ਨੂੰ ਹੁਕਮ ਦਿੰਦਾ ਹੈ, ਉਹ ਕਹਿੰਦਾ ਰੂਹ ਦੇ ਦੁਆਰਾ ਇਹਨੂੰ ਕਹੋ ਹਵਾ ਨੂੰ ਕਿ ਆਓ, ਤੇ ਇੱਥੇ ਇਹਨਾਂ ਦੇ ਵਿੱਚ ਜਿਹੜੀਆਂ ਇਹ ਹੱਡੀਆਂ ਨੇ ਉੱਥੇ ਉਹ ਜਾਨ ਆ ਜੇ। ਤੇ ਉਹ ਵੇਖੋ ਇੱਕ ਇਨਸਾਨੀ ਸੋਚ ਜਿਹੜੀ ਹੈਗੀ ਆ, ਉਹ ਕੀ ਹੱਡੀਆਂ ਦੇ ਉੱਤੇ ਮਾਸ ਲਿਆ ਸਕਦੀ ਆ? ਬਿਲਕੁਲ ਨਾੜਾਂ ਲਿਆ ਸਕਦੀ ਆ? ਸਾਡੇ ਕੋਲ ਤੇ ਡਾਕਟਰ ਸਾਹਿਬ ਬੈਠੇ ਨੇ, ਡਾਕਟਰ ਸਾਹਿਬ ਇਹ ਹੋ ਸਕਦਾ ਕਿ ਇੱਕ ਹੱਡੀ ਸੁੱਕ ਜੇ, ਜੀ ਉਹ ਬਾਹਰ ਪਈ ਹੋਏ, ਪਤਾ ਨਹੀਂ ਕਿੰਨੇ ਦੇਰ ਦੀ ਪਈ ਹੈਗੀ ਆ, ਤੇ ਉਹ ਹੱਡੀ ਨੂੰ ਤੁਸੀਂ ਕਹੋ ਕਿ ਇੱਥੇ ਇਹ ਬੰਦਾ ਬਣ ਜੇ ਤੇ ਉਹ ਬਣ ਜੂਗਾ? ਬਿਲਕੁਲ ਇਨਸਾਨ ਦੀ ਸੋਚ ਤੋਂ ਪਰੇ ਆ। ਪਰ ਜਦੋਂ ਖੁਦਾ ਦਾ ਰੂਹ ਆਉਂਦਾ ਤੇ ਜੋ ਉਹ ਰੂਹ ਮੂੰਹ ਦੇ ਵਿੱਚ ਪਾਉਂਦਾ ਹੈ ਕਿ ਇਹਨੂੰ ਏਦਾਂ ਕਹਿ, ਤੇ ਓਦਾਂ ਤੁਸੀਂ ਕਹੋਗੇ, ਉਹ ਓਦਾਂ ਹੀ ਹੋ ਜਾਊਗਾ। ਇਹ ਹੈ ਪਰਮੇਸ਼ਵਰ ਦਾ ਰੂਹ ਦਾ ਕੰਮ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਤੁਹਾਡਾ ਕੋਈ ਵਿਚਾਰ ਇਹਦੇ ਬਾਰੇ ਚ? ਜੀ actually Holy Spirit, the word spirit actually means breath or wind. ਸਹੀ। ਠੀਕ ਹੈ, the word itself means, ਠੀਕ ਹੈ। ਤੋ ਉਹ ਜਿਹੜੀ ਗੱਲ ਤੁਸੀਂ ਕੀਤੀ ਆ ਹਵਾ ਦੇ, ਡੈਫੀਨਿਟਲੀ ਹਵਾ ਦਾ ਹੀ ਮੈਂਸ਼ਨ ਹੈ। ਔਰ ਜਿਹੜੀ ਅਸੀਂ ਓਲਡ ਟੈਸਟਮੈਂਟ ਦੀ ਪਹਿਲੇ ਜੈਨੇਸਿਸ ਜਿਹੜੀ ਗੱਲ ਕੀਤੀ ਹੈ ਕਿ the spirit of the God means ਹਵਾ ਜਿਹੜੀ ਸੀ ਉਸ ਉੱਪਰ ਮੂਵ ਕਰ ਰਹੀ ਸੀ। so it is, the word itself means spirit. Spirit means air or air, breath or wind, ਇਹਨੂੰ ਜਿੰਦਾ ਮਰਜ਼ੀ ਤੁਸੀਂ ਵਰਡ ਨੂੰ ਲੈ ਲਓ। ਸੋ ਇਸੇ ਕਰਕੇ ਜਦੋਂ ਉਹਦਾ ਵੀ ਜ਼ਿਕਰ ਆਉਂਦਾ ਕਿ God breathed his breath into the Adam, ਜਦੋਂ ਐਡਮ ਨੂੰ ਬਣਾਇਆ ਸੀ ਤੇ ਆਪਣੀ ਬ੍ਰੈਥ ਦੇ ਨਾਲ ਬਣਾਇਆ ਸੀ, ਮੀਨਸ ਆਪਣੀ ਸਪਿਰਿਟ ਦੇ ਨਾਲ ਬਣਾਇਆ ਸੀ। and that is the difference between humans and animals. Humans have spirit of God. ਬਿਲਕੁਲ। Each one of us does not matter ਕਿਹੜੇ ਰਿਲੀਜਨ ਨੂੰ ਬਿਲੋਂਗ ਕਰਦੇ ਆ ਜਾਂ ਕਿਹਨੂੰ ਅਸੀਂ, ਕਿਉਂਕਿ ਉਹਦੇ ਬਾਅਦ ਦੀ ਗੱਲ ਹੈ। ਜਦੋਂ ਅਸੀਂ ਪੈਦਾ ਹੋ ਜਾਂਦੇ ਹਾਂ, then we choose what we want to be, right? Whether we want to be Christian or Muslims or Hindu or Sikh or whatever. But we all carry the spirit of God within us. That's how we are made. ਸਾਡੀ ਸ਼ੁਰੂਆਤ ਜਿਹੜੀ ਹੈ ਉਹ ਖੁਦਾ ਨੇ ਆਪਣੀ ਬ੍ਰੈਥ ਦੇ ਨਾਲ ਕੀਤੀ, ਇੱਕ ਸਪਿਰਿਟ ਦੇ ਨਾਲ ਕੀਤੀ। ਸਹੀ। ਇਸ ਕਰਕੇ ਫਿਰ ਉਹ ਮਤਲਬ ਮੇਰੇ ਨਾਲ ਬੱਚੇ ਗੱਲ ਕਰਨਗੇ, ਫਿਰ ਉਹਨਾਂ ਨੂੰ ਜਦੋਂ ਸਮਝਾਇਆ ਤੇ ਫਿਰ ਉਹ ਹੱਸਦੇ ਨੇ, ਕਹਿੰਦੇ ਕਿ ਬਈ ਸਾਡੇ ਕੁੱਤੇ ਨੂੰ ਹੁਣ ਮਰ ਜਾਏਗਾ, ਇਹਦਾ ਕੀ ਕਰਾਂਗੇ? ਰਾਈਟ। ਸੋ ਹਿਸ ਸਪਿਰਿਟ, ਡੌਗ ਡਜ਼ਨਟ ਹੈਵ ਅ ਸਪਿਰਿਟ ਬਿਕਾਜ਼ ਜਾਨਵਰਾਂ ਨੂੰ ਸਪਿਰਿਟ ਨਹੀਂ ਹੈਗੀ। ਅਗਰ ਜਾਨਵਰਾਂ ਕੋਲ ਵੀ ਸਪਿਰਿਟ ਹੁੰਦੀ ਤੇ ਉਹਦੇ ਉਹਨਾਂ ਨੂੰ ਮਾਰ ਕੇ ਖਾਣਾ ਹੀ ਪਾਪ ਹੁੰਦਾ। ਬਿਲਕੁਲ ਸਹੀ, ਬਿਲਕੁਲ ਸਹੀ। ਰਾਈਟ। You cannot kill anything which has spirit of God in it. ਹਾਂਜੀ। ਮੈਂ ਜੀ ਅਕਸਰ ਕਿਹਨੂੰ ਕਹਿੰਦੇ ਨੇ ਜ਼ਿਕਰ ਹੁੰਦਾ ਤੇ ਮੈਂ ਕਹਿੰਦਾ ਕਿ ਵੇਖੋ ਇਨਸਾਨ ਨੂੰ ਉਹਨੇ ਕਿਹਾ ਕਿ ਅਸ਼ਰਫੁਲ ਮਖਲੂਕਾਤ ਹੈ, ਯਾਨੀ ਜਿਹੜੀ ਮਖਲੂਕ ਹੈ ਉਹਦੇ ਚੋਂ ਸਾਰਿਆਂ ਤੋਂ ਕਿੰਨੇ ਉਤਲੀ ਹੈਸੀਅਤ ਹੈ ਇਹਦੀ, ਉਹਨਾਂ ਤੋਂ ਯਾਨੀ ਬਹੁਤ ਵੱਡਾ ਹੈ ਸਾਰੀ ਮਖਲੂਕ ਜਿਹੜੀ ਖਲਕਤ ਉਹਨੇ ਬਣਾਈ ਹੈ। ਔਰ ਉਹਦੇ 'ਚ ਇਹੋ ਹੀ ਗੱਲ ਹੈ ਵੱਡੀ ਕਿ ਉਹਨੂੰ ਵੀ ਯਾਨੀ ਅਗਰ ਖੁਦਾ ਨੇ ਪੁਤਲਾ ਬਣਾਇਆ ਸੀ ਡਾਕਟਰ ਸਾਹਿਬ, ਤੇ ਉਹ ਇਹ ਵੀ ਕਹਿ ਸਕਦਾ ਹੈ ਜੀਤੀ ਜਾਨ ਹੋ ਜਾ, ਹੈ ਨਾ। ਲੇਕਿਨ ਨਹੀਂ, ਅਸੀਂ ਵੇਖਣਾ ਪਹਿਲੀ ਗੱਲ ਤੇ ਕਿ ਉਹਨੇ ਆਪਣੇ ਹੱਥਾਂ ਨਾਲ ਇਹਨੂੰ ਬਣਾਇਆ, ਔਰ ਦੂਜੀ ਗੱਲ ਕਿ ਉਹਨੇ ਉਹਦੇ ਨਥਨਿਆਂ 'ਚ ਜ਼ਿੰਦਗੀ ਦਾ ਦਮ ਫੂਕਿਆ, ਠੀਕ ਹੈ, ਔਰ ਫੇਰ ਲਿਖਿਆ ਕਿ ਉਹ ਜੀਤੀ ਜਾਨ ਹੋਇਆ। ਸੋ ਮੇਰੇ ਅਜ਼ੀਜ਼ੋ, ਮੈਂ ਕਿਹਨੂੰ ਕਹਿੰਦੇ ਨੇ ਤੁਹਾਡੇ ਲਈ ਇੱਕ ਇਹ ਗੱਲ ਕਰਨਾ ਚਾਹੁੰਦਾ ਕਿ ਆਪਣੇ ਆਪ ਨੂੰ ਕਦੀ ਵੀ ਖੁਦਾ ਦਾ ਕਿਹਨੂੰ ਕਹਿੰਦੇ ਨੇ ਕਿ ਛੋਟੀ ਸ਼ਖਸੀਅਤ ਨਾ ਸਮਝੋ ਜਾਂ ਆਪਣੇ ਆਪ ਨੂੰ ਛੋਟਾ ਨਾ ਸਮਝੋ। ਡਾਕਟਰ ਸਾਹਿਬ ਮੈਨੂੰ ਬ੍ਰਦਰ ਜੀ ਮੈਨੂੰ ਯਾਦ ਇੱਕ ਕਿਹਨੂੰ ਕਹਿੰਦੇ ਨੇ ਇੱਕ ਮੈਸੇਜ ਕਿਸੇ ਕੀਤਾ ਮੈਨੂੰ ਕਰਦੇ ਨੇ ਸੁਬਾ ਮੈਸੇਜ ਗੁੱਡ ਮਾਰਨਿੰਗ, ਮੈਨੂੰ ਪਾਕਿਸਤਾਨ 'ਚ ਕਿਸੇ ਕੀਤਾ ਮੈਸੇਜ ਕਿ ਖੁਦਾ ਕੋ ਛੋਟੀਆਂ ਛੋਟੀਆਂ ਚੀਜ਼ਾਂ ਨਾ ਮੰਗੋ, ਖੁਦਾਇਆ ਮੈਨੂੰ ਆ ਫਲਾਣੀ ਸ਼ਾਹ ਦੇ ਦੇ, ਮੈਨੂੰ ਰੋਟੀ ਦੇ ਦੇ, ਮੈਨੂੰ ਇਹ ਦੇ ਦੇ, ਮੈਨੂੰ ਤਰਬੂਜ਼ ਦੇ ਦੇ। ਉਹਨੇ ਕਿਹਾ ਕਿ ਖੁਦਾ ਕੋ ਆਪਣਾ ਹੱਕ ਮੰਗੋ,
ਕਿਉਂਕਿ ਤੁਸੀਂ ਉਹਦੇ ਬੇਟੇ ਤੇ ਬੇਟੀਆਂ, ਜੀ ਤੁਸੀਂ ਕੋਈ ਮੰਗਤ ਨਹੀਂ ਹੋ। ਬੇਟਾ ਬੇਟੀ ਦੇ ਮੰਗਣ 'ਚ ਤੇ ਇੱਕ ਜਿਹੜਾ ਫਕੀਰ ਹੈ ਉਹਦੇ ਮੰਗਣ 'ਚ ਬੜਾ ਫਰਕ ਹੁੰਦਾ। ਕੀ ਖਿਆਲ ਹੈ? ਜੀ ਤੇ ਕਈ ਵਾਰੀ ਬਾਪ ਜਿਹੜੇ ਨੇ ਉਹ ਪਹਿਲਾਂ ਹੀ ਜਾਣਦੇ ਨੇ ਕਿ ਇਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਸੋ ਮੇਰੇ ਅਜ਼ੀਜ਼ੋ, ਅਸੀਂ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੀਏ ਕਿ ਖੁਦਾ ਦੀ ਨਜ਼ਰ 'ਚ ਅਸੀਂ ਬਹੁਤ ਵੱਡੀ ਹੈਸੀਅਤ ਰੱਖਦੇ ਹਾਂ, ਔਰ ਆਪਣੇ ਆਪ ਨੂੰ ਅਸੀਂ ਇਹ ਜਾਣੀਏ ਕਿ ਅਸੀਂ ਉਹਦੇ ਬੇਟੇ ਤੇ ਬੇਟੀਆਂ ਵਾਂ। ਉਹਦੇ ਕੋਲ ਆਪਣਾ ਹੱਕ ਮੰਗੋ ਕਿ ਖੁਦਾਇਆ, ਮੈਂ ਤੇਰਾ ਬੇਟਾ, ਮੈਂ ਤੇਰੀ ਬੇਟੀ ਹਾਂ, ਤੇ ਮੈਨੂੰ ਜੋ ਕੁਝ ਮੇਰਾ ਉਹ ਮੈਨੂੰ ਦੇ ਦੇ। ਠੀਕ ਹੈ। ਸੋ ਫਿਰ ਅਸੀਂ ਖੁਦਾ ਦੀਆਂ ਬਰਕਤਾਂ ਜਿਹੜੀਆਂ ਨੇ ਉਹ ਸਹੀ ਤਰ੍ਹਾਂ ਨਾਲ ਹਾਸਲ ਕਰ ਸਕਦੇ ਹਾਂ। ਮੈਂ ਡਾਕਟਰ ਸਾਹਿਬ ਇੱਕ ਹੋਰ ਅੱਗੇ ਜ਼ਿਕਰ ਕਰਾਂਗਾ ਕਿ ਜਦੋਂ ਇਹ ਸਾਰਾ ਕੁਝ ਹੋ ਗਿਆ, ਠੀਕ ਹੈ, ਲਿਖਿਆ ਜੀ ਆਖਰੀ ਆਇਤਾਂ 'ਚ 12ਵੀਂ 'ਚ, ਤੇ ਸਾਰੇ ਤਵੱਜਬ ਕਰਨ ਲੱਗੇ ਤੇ ਘਬਰਾ ਗਏ ਤੇ ਇੱਕ ਦੂਜੇ ਨੂੰ ਆਖਣ ਲੱਗੇ ਵੀ ਇਹ ਕੀ ਹੋਣ ਲੱਗਾ ਹੈ। ਠੀਕ ਹੈ। ਹੋਰਨਾਂ ਮਖੌਲ ਕਰਕੇ ਆਖਿਆ, ਇਹਨਾਂ ਨੂੰ ਸਜਰੀ ਮੈ ਦਾ ਨਸ਼ਾ ਹੈ। ਠੀਕ ਹੈ। ਮੈਂ ਜ਼ਿਕਰ ਕਰਨਾ ਚਾਹ ਰਿਹਾ ਕਿ ਵੇਖੋ, ਉਸ ਗਰੁੱਪ ਦੇ ਵਿੱਚੋਂ ਕੁਝ ਲੋਕਾਂ ਨੇ ਕਿਹਾ ਕਿ ਇਹ ਯਾਨੀ ਉਹ ਘਬਰਾ ਗਏ, ਉਹ ਡਰ ਗਏ ਕਿ ਇਹ ਕੀ ਹੋਣ ਲੱਗਾ, ਤੇ ਜਿਹੜੇ ਦੂਜੇ ਸਨ ਉਹ ਠੱਠਾ ਮਾਰ ਕੇ ਆਖਣ ਲੱਗੇ, ਨਹੀਂ ਇਹ ਤੇ ਇਹ ਸਜਰੀ ਮੈਂ ਨਾ ਪੀਤੀ ਹੈ, ਤੇ ਇਸ ਲਈ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਨੇ। ਕਦੀ ਕਦੀ ਅਸੀਂ ਡਾਕਟਰ ਸਾਹਿਬ, ਜਦੋਂ ਅਸੀਂ ਕੋਈ ਮੈਸੇਜ ਦਿੰਦੇ ਹਾਂ, ਅਸੀਂ ਆਪਣਾ ਪ੍ਰੋਗਰਾਮ ਵੀ ਅਗਰ ਲੋਕੀ ਵੇਖ ਰਹੇ ਨੇ, ਤੇ ਮੁਖਤਲਿਫ ਉਹਦੇ ਕਿਹਨੂੰ ਕਹਿੰਦੇ ਨੇ ਕਿ ਹੋ ਸਕਦੀ ਹੈ ਸਾਡੀ ਅਸੈਸਮੈਂਟ ਜਿਹੜੀ ਹੈ। ਜੀ ਕਦੀ ਕਦੀ ਅਸੀਂ ਘਬਰਾਉਂਦੇ ਹਾਂ ਕਿ ਜੀ ਪਤਾ ਨਹੀਂ ਕੀ ਆ ਜੋ ਕੁਝ ਮੈਂ ਕਹਿਣ ਡਿਆ ਇਹਦਾ ਕੀ ਇੰਪੈਕਟ ਹੋਏਗਾ। ਲੇਕਿਨ ਮੈਂ ਸਮਝਦਾ ਕਿ ਜਦੋਂ ਅਸੀਂ ਕੋਈ ਗੱਲ ਕਰਨੇ ਆ, ਸਾਰਿਆਂ ਤੇ ਉਹਦਾ ਇੱਕੋ ਜਿਹਾ ਇੰਪੈਕਟ ਨਹੀਂ ਹੋ ਸਕਦਾ। ਇੱਥੇ ਵੀ ਅਸੀਂ ਵੇਖਦੇ, ਠੀਕ ਹੈ, ਬਿਲਕੁਲ ਸਾਰਿਆਂ ਤੇ ਇਹਦਾ ਇੰਪੈਕਟ ਜਿਹੜਾ ਉਹ ਇੱਕੋ ਜਿਹਾ ਨਹੀਂ ਹੋਇਆ। ਠੀਕ ਹੈ। ਸੋ ਕਿਆ ਅਸੀਂ ਅਗਰ ਸਮਝਦੇ ਹਾਂ ਕਿ ਸਾਡੀ ਜਿਹੜੀ ਗੱਲ ਅਸੀਂ ਕਰਨ ਦੇ ਹਾਂ, ਜਾਂ ਜਿਹੜਾ ਅਸੀਂ ਪ੍ਰੋਗਰਾਮ ਕਰਨ ਦੇ ਹਾਂ, ਜਾਂ ਅਸੀਂ ਪ੍ਰੀਚਿੰਗ ਕਰਦੇ ਹਾਂ, ਤੇ ਅਸੀਂ ਸਮਝਦੇ ਹਾਂ ਕਿ ਇਹਦਾ ਇੰਪੈਕਟ ਸ਼ਾਇਦ ਕਿਹਨੂੰ ਕਹਿੰਦੇ ਸਾਰਿਆਂ ਤੇ ਪੂਰੇ ਦਾ ਪੂਰਾ ਹੋਣਾ ਚਾਹੀਦਾ। ਕਿੱਥੋਂ ਤੱਕ ਇਹ ਗੱਲ ਦਰੁਸਤ ਹੈ, ਸਾਨੂੰ ਸਮਝਣਾ ਚਾਹੀਦਾ ਕਿ ਇਹ ਇੰਪੈਕਟ ਜਿਹੜਾ ਹੈ ਇਹ ਪੂਰੇ ਦਾ ਪੂਰਾ ਨਹੀਂ ਹੋ ਸਕਦਾ। ਜੀ ਡਾਕਟਰ ਸਾਹਿਬ। ਜੀ ਐਕਚੁਅਲੀ ਤੁਸੀਂ ਪਹਿਲਾਂ ਹੀ ਐਕਸਪਲੇਨ ਕਰ ਦਿੱਤਾ, ਨਹੀਂ ਬਰਾਬਰ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਮੈਸੇਜ ਜਿਹੜਾ ਹੈ, ਜਿੱਦਾਂ ਕਿ ਪੀਟਰ ਨੇ ਜਦੋਂ ਇਹ ਮੈਸੇਜ ਸਾਰਿਆਂ ਨੂੰ ਦਿੱਤਾ, ਰਾਈਟ, ਔਰ ਬਾਕੀ ਲੈਂਗੁਏਜ ਵੀ ਬਾਕੀ ਜਿਹੜੇ ਉਹ ਸੀਗੇ ਦੇ ਰਹੇ ਸੀ ਮੈਸੇਜ, ਉਹ ਮੈਸੇਜ ਇੱਕ ਪੂਰੀ ਤਰੀਕੇ ਦੇ ਨਾਲ ਮੈਸੇਜ ਹੈ ਪੂਰਾ ਪੀਟਰ ਦਾ। ਅਸੀਂ ਸੁਣਦੇ ਹਾਂ ਕਿੱਦਾਂ ਉਹ ਸਮਝਾਉਂਦਾ ਹੈ ਪਹਿਲਾਂ ਕਿ ਓਲਡ ਟੈਸਟਮੈਂਟ 'ਚ ਕੀ ਲਿਖਿਆ ਹੈ, ਨਿਊ ਟੈਸਟਮੈਂਟ 'ਚ ਕੀ ਹੋਇਆ, ਮਤਲਬ ਜੀਸਸ ਦੇ ਨਾਲ ਕੀ ਹੋਇਆ, ਉਹਨੇ ਕਿੱਦਾਂ ਪੂਰਾ ਕੀਤਾ, ਜੋ ਜੋ ਲਿਖਿਆ ਸੀਗਾ, ਜੋ ਜੋ ਜੋਏਲ ਨੇ ਕਿਹਾ ਸੀਗਾ ਉਹਦੇ ਬਾਰੇ ਉਹ ਦੱਸਦਾ ਸਾਰਾ, ਰਾਈਟ। ਫਿਰ ਡੇਵਿਡ ਦੇ ਬਾਰੇ ਦੱਸਦਾ ਹੈ, ਰਾਈਟ। ਤੇ ਉਹ ਸਾਰੀ ਗੱਲ ਜਦੋਂ ਇਹ ਕਰਦਾ ਹੈ, ਉਹਦਾ ਅਸਰ ਹੁਣ ਇਹ ਤੁਸੀਂ ਕਹੇ ਸਾਰਿਆਂ ਦੇ ਬਰਾਬਰ ਨਹੀਂ ਹੋਣਾ, ਔਰ ਉਹ ਰਿਐਲਿਟੀ ਹੈ। ਹਰ ਬੰਦਾ ਆਪਣੇ ਹਿਸਾਬ ਦੇ ਨਾਲ ਉਸ ਮੈਸੇਜ ਨੂੰ ਲੈਂਦਾ ਹੈ, ਠੀਕ ਹੈ। ਔਰ ਮੋਸਟ ਆਫ ਦਾ ਟਾਈਮ ਅਸੀਂ ਆਪਣੀ ਜ਼ਿੰਦਗੀ 'ਚ ਦੇਖੀਏ, ਅਸੀਂ ਉਹ ਚੀਜ਼ ਲੈਂਦੇ ਆ ਜਿਹੜੀ ਸਾਡੇ ਕੋਲ ਹੈ ਨਹੀਂ। ਬਿਲਕੁਲ ਠੀਕ ਹੈ। ਇਹੀ ਗੱਲ ਹੈ ਜਿੱਦਾਂ ਤੁਸੀਂ ਕਿਹਾ ਕਿ ਆਪਣੇ ਰੱਬ ਕੋ ਤੁਸੀਂ ਉਹ ਮੰਗੋ ਜਿਹੜਾ ਕਿ ਤੁਸੀਂ ਹੱਕਦਾਰ ਹੋ, ਯਾਨੀ ਕਿ ਉਹ ਚੀਜ਼, ਠੀਕ ਹੈ। ਲੇਕਿਨ ਇਹ ਹੁਣ ਤੁਹਾਡੀ ਗੱਲ ਨਹੀਂ ਕਰ ਰਹੇ ਸੀ, ਮੰਗੇ ਇਹ ਗੱਲ ਇਹ ਕਰ ਰਹੇ ਹਾਂ ਕਿ ਉਹ ਕਿੱਦਾਂ ਸੋਚਦਾ ਹੈ, ਬਿਲਕੁਲ, ਕਿ ਕਿਸ ਤਰੀਕੇ ਦੇ ਨਾਲ ਇਨਸਾਨ ਆਪਣਾ ਸੋਚਦਾ ਹੈ, ਔਰ ਉਸ ਤਰੀਕੇ ਦੇ ਨਾਲ ਉਹਨੂੰ ਫਿਰ ਉਹ ਗੱਲ ਜਿਹੜੀ ਹੈ ਉਹ ਸਮਝ ਆਉਂਦੀ ਹੈ। ਜੋ ਉਹਦੇ ਅੰਦਰ ਖਾਮੀ ਹੁੰਦੀ ਹੈ, ਉਹ ਜ਼ਿਆਦਾਤਰ ਆਪਣੇ ਮੈਸੇਜ, ਅਸੀਂ ਜੋ ਵੀ ਮੈਸੇਜ ਦਿੰਦੇ ਹਾਂ, ਉਹ ਉਸ ਗੱਲ ਤੋਂ ਫੜਦਾ ਹੈ। ਮਤਲਬ ਅੱਜ ਦਾ ਦਿਨ ਜੇ ਮੰਨ ਲਓ ਮੈਂ ਬੜਾ ਉਦਾਸ ਹਾਂ ਤੇ ਮੈਨੂੰ ਮੈਸੇਜ ਮਿਲ ਗਿਆ ਕਿ ਬੀ ਐਨਕਰੇਜ, ਹੋਲੀ ਸਪਿਰਿਟ ਇਜ਼ ਗੋਇੰਗ ਟੂ, ਜਿੱਦਾਂ ਤੁਸੀਂ ਕਿਹਾ ਕਿ ਦਾ ਵਰਡ ਬੜਾ ਅੱਛਾ ਇਸਤੇਮਾਲ ਕੀਤਾ ਤੁਸੀਂ, ਫੋਰਟਿਸ, ਹਾਂ ਫੋਰਟਿਸ, ਹਾਂ, ਤੇ ਐਨਕਰੇਜ ਯੂ, ਵਿਲ ਗਿਵ ਯੂ ਕਰੇਜ, ਐਂਡ ਫੋਰਟਿਸ ਕਰੇਗਾ, ਤੁਹਾਨੂੰ ਐਜੂਕੇਟ ਕਰੇਗਾ, ਟੀਚ ਕਰੇਗਾ, ਐਡਵੋਕੇਟ ਬਣੇਗਾ, ਤੁਹਾਨੂੰ ਵਾਰਮਥ ਦੇਗਾ। ਇਹ ਅੱਛਾ ਇੱਕ ਮੈਸੇਜ ਜਦੋਂ ਤੁਹਾਨੂੰ ਮਿਲ ਗਿਆ ਤੇ ਦੈਨ ਯੂ ਟੇਕ ਦੈਟ ਮੈਸੇਜ। ਲੇਕਿਨ ਅਗਰ ਕੋਈ ਇਨਸਾਨ ਨੇ ਕੋਈ ਪਾਪ ਕੀਤਾ ਹੈ, ਉਹਦੇ ਮਨ ਦੇ ਅੰਦਰ ਉਹ ਪਾਪ ਉਹਨੂੰ ਕਿਤੇ ਖਟਕ ਰਿਹਾ ਹੈ ਕੋਈ, ਰਾਈਟ, ਤੇ ਉਹਨੂੰ ਜਦੋਂ ਇਹ ਮੈਸੇਜ ਮਿਲੇਗਾ ਤੇ ਉਹ ਸੋਚੇਗਾ ਕਿ ਵੀ ਹੋਲੀ ਸਪਿਰਿਟ ਮੈਨੂੰ ਕਹਿ ਰਹੀ ਹੈ ਕਿ ਤੂੰ ਜਾ ਕੇ ਮਾਫੀ ਮੰਗ ਲਾ ਤੇ ਸੁਲਾਹ ਕਰ ਲਾ,
because it's trying to reconcile, right? ਇੱਕ nagging ਮੈਨੂੰ pain ਦੇ ਰਹੀ ਹੈ, ਇੱਕ nagging ਮੈਨੂੰ sick ਮਤਲਬ ਕਿ needing ਹੋ ਰਹੀ ਹੈ by the Holy Spirit ਕਿ ਨਹੀਂ ਤੂੰ ਆ ਕੰਮ ਕਰ, ਆ ਗਲਤ ਹੈ ਤੂੰ, ਹੈ ਨਾ? ਤੇ then he will take that message accordingly. So ਇਹ ਮੈਸੇਜ ਜਿਹੜਾ ਜੋ ਵੀ ਅਸੀਂ ਮੈਸੇਜ ਦਿੰਦੇ ਆ, ਇਹ ਕਦੀ ਵੀ ਇੱਕ ਬਰਾਬਰ ਕਦੀ ਵੀ ਨਹੀਂ ਹੋ ਸਕਦਾ. everybody will have the message at that moment, ਕਿਉਂਕਿ ਖੁਦਾ ਹਰ ਇਨਸਾਨ ਦੇ ਨਾਲ ਉਸੇ ਤਰੀਕੇ ਦੇ ਨਾਲ ਗੱਲ ਕਰਦਾ ਹੈ ਜਿਸ ਤਰੀਕੇ ਦੇ ਨਾਲ ਉਹਨੂੰ ਉਸ ਵੇਲੇ ਜ਼ਰੂਰਤ ਹੁੰਦੀ ਹੈ. ਔਰ ਇਹੀ ਗੱਲ ਹੈ ਕਿ ਜੋ ਅਸੀਂ ਮੰਗਾਂਗੇ ਉਹ ਰੱਬ ਸਾਨੂੰ ਉਸ ਹਿਸਾਬ ਨਾਲ ਫਿਰ ਦੇ ਦਿੰਦਾ ਹੈ. ਜੇ ਸਟੇਕ ਮੰਗਾਂਗੇ 9 ਇੰਚ ਵਾਲਾ 9 ਆਉਂਸ ਵਾਲਾ 9 ਆਉਂਸ ਦਾ ਸਟੇਕ ਮੰਗਾ ਤੇ ਉਹ ਮਿਲ ਜਾਏਗਾ, ਤੇ ਜੇ ਤੁਸੀਂ ਕੀ ਕਹਿੰਦੇ ਆ ਮਰਸੀਡੀਜ਼ ਮੰਗੋਗੇ ਤੇ ਫਿਰ ਉਹ ਮਿਲ ਜਾਏਗੀ, ਤੇ ਜਾਂ ਫਿਰ ਤੁਸੀਂ ਰੱਬ ਕੋ ਹਮੇਸ਼ਾ ਦੀ ਐਵਰਲਾਸਟਿੰਗ ਲਾਈਫ ਮੰਗ ਲਓ ਤੇ ਉਹਦੇ ਕੋਲ ਮੰਗ ਲਓ ਕਿ ਤੂੰ ਸਾਨੂੰ ਸਪਿਰਿਟ ਦੇ ਜਿਹੜੀ ਕਿ ਸਾਨੂੰ ਗਾਈਡ ਕਰੇ ਤੇ ਸਾਨੂੰ ਐਨਕਰੇਜ ਕਰੇ, ਤਾਂ ਜੋ ਮੰਗੋਗੇ ਉਹ ਮਿਲੇਗਾ. ਬਹੁਤ ਥੈਂਕ ਯੂ ਜੀ. ਬ੍ਰਦਰ ਜੀ, ਤੁਹਾਨੂੰ ਯਾਦ ਹੈ ਕਿ ਬੀ ਬੀਜਣ ਵਾਲੇ ਦੀ ਕਹਾਣੀ ਜਿਹੜੀ ਉਹ ਵੀ ਖੁਦਾਵੰਦ ਯਿਸੂ ਮਸੀਹ ਨੇ ਦੱਸੀ ਸੀ, ਰਿਮੈਂਬਰ? ਹਾਂਜੀ ਹਾਂਜੀ ਹਾਂਜੀ, ਉਹਦੇ 'ਚ ਵੀ ਇੰਪੈਕਟ ਜਿਹੜਾ ਉਹ ਅਸੀਂ ਵੇਖਦੇ ਹਾਂ ਕਿ ਉਹ ਮੁਖਤਲਿਫ ਹੈ. ਜ਼ਰਾ ਐਕਸਪਲੇਨ ਕਰੋ ਹਾਂ ਕੀ ਉਹਦੇ 'ਚ ਕੀ ਦੱਸਿਆ ਖੁਦਾਵੰਦ ਯਿਸੂ ਮਸੀਹ ਨੇ? ਉਹਦੇ 'ਚ ਫਰਕ ਦੱਸਿਆ ਨਾ ਕਿ ਜਦ ਉਹ ਬੀਜ ਬੀਜਣ ਵਾਲਾ ਗਿਆ ਤੇ ਉਹਨੇ ਬੀਜ ਬੀਜਿਆ, ਤੇ ਉਹ ਕਿਤੇ ਜਿਹੜਾ ਹੈ 20%, ਕਿਤੇ 40%, ਕਿਤੇ 60%, ਤੇ ਵੱਖਰਾ ਹੈਗਾ. ਅੱਛੀ ਜ਼ਮੀਨ 'ਚ ਜਿਹੜਾ ਡਿੱਗਿਆ ਉਹਦੇ ਹਾਂਜੀ ਜਿਹੜਾ ਪਥਰੀਲੀ 'ਚ ਡਿੱਗਿਆ ਉਹਨੂੰ ਦੱਬ ਲਿਆ. ਇਹ ਜੋ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਕਿ, ਤੇ ਤੁਸੀਂ ਵੀ ਕਹਿ ਰਹੇ ਸੀ ਕਿ ਇੰਪੈਕਟ ਜਿਹੜਾ ਹੈ ਉਹ ਫਰਕ ਪੈਂਦਾ ਹੈ. ਮੈਂ ਤੁਹਾਨੂੰ ਇਹ ਬੁੱਕ ਆਫ ਐਕਟਸ ਦੇ ਵਿੱਚੋਂ ਹੀ ਇੱਕ ਰੈਫਰੈਂਸ ਜਿਹੜੀ ਹੈ ਉਹ ਸਭ ਦੇ ਵਾਸਤੇ ਦੱਸਣਾ ਚਾਹੁੰਦਾ ਹੈ. ਜੇ 16 ਅਧਿਆਏ ਨੂੰ ਅਸੀਂ ਦੇਖਦੇ ਹਾਂ ਤੇ ਉਹਦੇ ਵਿੱਚ ਅਸੀਂ ਦੇਖਦੇ ਹਾਂ ਸੰਤ ਪੌਲੁਸ ਤੇ ਸਿਲਾਸ ਜਿਹੜੇ ਨੇ ਉਹ ਪ੍ਰਾਰਥਨਾ ਕਰਨ ਲਈ ਜਾਂਦੇ ਨੇ, ਤੇ ਇੱਕ ਲੜਕੀ ਜਿਹੜੀ ਆ ਜਿਹਦੇ ਉੱਤੇ ਇੱਕ ਭੇਦ ਬੁੱਝਣ ਵਾਲੀ ਰੂਹ ਜਿਹੜੀ ਸੀ ਉਹ ਸੀ, ਤੇ ਉਹ ਟੇਵੇ ਲਾਉਂਦੀ ਸੀ ਤੇ ਆਪਣੇ ਮਾਲਕਾਂ ਦੇ ਵਾਸਤੇ ਉਹ ਕਮਾਈ ਦਾ ਇੱਕ ਸਾਧਨ ਹੈਗੀ. ਹਾਂਜੀ ਬਿਲਕੁਲ. ਤੇ ਉੱਥੇ ਉਹ ਵੀ ਉਹ ਗੱਲ ਕਰਦੀ ਹੈਗੀ ਹੈ ਕਿ ਇਹ ਮਾਂ ਪਰਮੇਸ਼ਵਰ ਦੇ ਜਿਹੜੇ ਨੇ ਇਹ ਦਾਸ ਨੇ. ਹਾਂਜੀ ਤੇ ਇਹ ਲੋਕਾਂ ਨੂੰ ਮੁਕਤੀ ਦਾ ਰਾਹ ਜਿਹੜਾ ਨੇ ਉਹ ਦੱਸਦੇ ਨੇ. ਗੱਲ ਤੇ ਠੀਕ ਕਰ ਰਹੀ ਸੀ ਉਹ, ਬਿਲਕੁਲ, ਪਰ ਪੌਲੁਸ ਨੇ ਝਿੜਕਿਆ ਤੇ ਸਿਲਾਸ ਨੇ ਉਹਨੂੰ ਝਿੜਕਿਆ ਤੇ ਉਹ ਚੰਗੀ ਹੋ ਗਈ, ਤੇ ਉਹ ਜਿਹੜਾ ਧੰਦਾ ਕਰਾਉਣ ਵਾਲੇ ਸੀ ਉਹਨਾਂ ਦਾ ਧੰਦਾ ਜਿਹੜਾ ਸੀ ਉਹ ਰੁਕ ਗਿਆ, ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ. ਹਾਂਜੀ ਬਿਲਕੁਲ. ਜਦੋਂ ਜੇਲ੍ਹ ਦੇ ਵਿੱਚ ਪਾ ਦਿੱਤਾ ਤੇ ਪੌਲੁਸ ਤੇ ਸਿਲਾਸ ਜਿਹੜੇ ਨੇ ਉਸ ਜਗ੍ਹਾ ਦੇ ਵਿੱਚ ਗੀਤ ਗਾ ਰਹੇ ਨੇ, ਪ੍ਰਾਰਥਨਾ ਕਰ ਰਹੇ ਨੇ. ਹਾਂਜੀ ਔਰ ਜਦੋਂ ਉਹ ਗੀਤ ਤੇ ਪ੍ਰਾਰਥਨਾ ਕਰ ਰਹੇ ਨੇ ਤੇ ਇੱਥੇ ਵੀ ਜਿਹੜਾ ਹੈ ਪਾਖਰੂ ਆਇਆ. ਹਾਂਜੀ, ਹਨੇਰੀ ਦੇ ਵਾਂਗੂ ਭੁਚਾਲ ਜਿਹੜਾ ਹੈ ਉਸ ਜਗ੍ਹਾ ਦੇ ਵਿੱਚ ਆਇਆ, ਤੇ ਉਹ ਕੈਦਖਾਨੇ ਦੀਆਂ ਪੂਰੀਆਂ ਨੀਹਾਂ ਜਿਹੜੀਆਂ ਨੇ ਹਿੱਲ ਗਈਆਂ. ਹਾਂਜੀ, ਉੱਥੇ ਵੀ ਜਿਹੜੇ ਕੈਦੀ ਨੇ ਉਹਨਾਂ ਨੇ ਵੀ ਇਹ ਗੱਲ ਨੂੰ ਸੁਣਿਆ ਤੇ ਉਹ ਖੁੱਲ ਗਿਆ, ਉਹ ਸਾਰਾ ਕੁਝ ਉਹਨਾਂ ਦੀਆਂ ਬੇੜੀਆਂ ਵੀ ਖੁੱਲ ਗਈਆਂ, ਸਭ ਕੁਝ ਹੋ ਗਿਆ, ਸਾਰੀਆਂ ਖੁੱਲ ਗਈਆਂ. ਤੇ ਜਿਹੜਾ ਦਰੋਗਾ ਸੀ ਬਿਲਕੁਲ ਉਹਨੇ ਇਹ ਸੋਚਿਆ ਕਿ ਸਾਰੇ ਨੱਠ ਗਏ ਨੇ, ਮੈਂ ਆਪਣਾ ਕਤਲ ਕਰ ਲਾਂ, ਤਲਵਾਰ ਕੱਢ ਲਈ. ਉਹ ਲੱਗਾ ਤਲਵਾਰ ਕੱਢ ਕੇ ਆਪਣੇ ਆਪ ਨੂੰ ਕਤਲ ਕਰਨ, ਤੇ ਇਹਨਾਂ ਨੇ ਆਵਾਜ਼ ਦੇ ਕੇ ਕੀਤਾ ਕਿ ਤੂੰ ਆਪਣਾ ਨੁਕਸਾਨ ਨਾ ਕਰ, ਸਾਰੇ ਜਣੇ ਇੱਥੇ ਹੀ ਆ. ਬਿਲਕੁਲ. ਤੇ ਫਿਰ ਜਦੋਂ ਉਹਨੂੰ ਉਹ ਇਹਨਾਂ ਨੂੰ ਦੋਨਾਂ ਨੂੰ ਘਰ ਲੈ ਕੇ ਗਏ, ਤੇ ਉੱਥੇ ਜਦੋਂ ਉਹਨਾਂ ਨੇ ਇਹ ਖੁਦਾ ਦਾ ਵਚਨ ਸੁਣਾਇਆ, ਤੇ ਉਹ ਦਰੋਗਾ ਤੇ ਉਹਦਾ ਪਰਿਵਾਰ ਜਿਹੜਾ ਹੈ ਉਹ ਪੂਰੇ ਦਾ ਪੂਰਾ ਬਚ ਗਿਆ. ਪਰ ਉਹ ਜਿਹੜੇ ਕੈਦੀ ਜਿਨ੍ਹਾਂ ਨੇ ਇਹ ਅਚੰਭਾ ਕੰਮ ਦੇਖਿਆ, ਉਹਨਾਂ ਚੋਂ ਕਿੰਨੇ ਬਚੇ, ਉਹਦਾ ਇੰਪੈਕਟ ਜਿਹੜਾ ਹੈ ਉਹ ਵੱਖਰਾ ਹੋਇਆ ਹੋਏਗਾ. ਬਿਲਕੁਲ ਸਹੀ. ਤੇ ਹੁਣ ਜਿੱਦਾਂ ਅਸੀਂ ਵੀ ਇਹ ਪ੍ਰੋਗਰਾਮ ਕਰ ਰਹੇ ਹਾਂ, ਬਹੁਤ ਸਾਰੇ ਲੋਕ ਸੁਣ ਰਹੇ ਨੇ, ਇਹਦਾ ਇੰਪੈਕਟ ਜਿਹੜਾ ਹੈ, ਜਿਹੜਾ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਕੋਈ ਜੇ ਸਟੇਕ ਮੰਗਦਾ ਤੁਹਾਨੂੰ ਸਟੇਕ ਮਿਲ ਜਾਏਗੀ, ਜੇ ਕੋਈ ਮਰਸਡੀ ਮੰਗਦਾ, ਉਹ ਦੁਨਿਆਵੀ ਚੀਜ਼ਾਂ ਮੰਗਦਾ, ਉਹ ਤੇ ਇੱਥੇ ਰਹਿ ਜਾਣੀਆਂ. ਪਰ ਜਿਹੜਾ ਇੰਟਰਨਲ ਲਾਈਫ ਨੂੰ ਮੰਗਦਾ ਹੈ, ਉਹ ਪਰਮੇਸ਼ਵਰ ਨੂੰ ਮੰਗਦਾ, ਜਿਹਨੇ ਇਹ ਸਾਹ ਦਿੱਤਾ ਉਹਨੇ ਸਾਹ ਵਾਪਸ ਵੀ ਲੈਣਾ ਹੈ. ਸਹੀ ਹੈ ਨਾ? ਜਦੋਂ ਉਹ ਵਾਪਸ ਲਏਗਾ ਤੇ ਅਸੀਂ ਜਾਣਾ ਕਿੱਥੇ ਹੈਗਾ, ਉਹਦੇ ਵਾਸਤੇ ਸਾਨੂੰ ਜਿਹੜੀ ਆ ਉਹ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈਗੀ ਆ. ਸਾਨੂੰ ਜਿਹੜੇ ਨੇ ਆਤਮਿਕ ਜਿਹੜੇ ਸਪਿਰਿਚੁਅਲ ਜਿਹੜੇ ਗਿਫਟ ਨੇ ਉਹ ਬਾਪ ਦੇ ਕੋਲੋਂ ਮੰਗਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ. ਬਿਲਕੁਲ ਸਹੀ. ਤੇ ਜਦੋਂ ਅਸੀਂ ਫਿਰ ਇਹ ਉਹਦੀ ਪਾਵਰ ਦੇ ਨਾਲ, ਉਹਦੀ ਸਮਰਥ ਦੇ ਨਾਲ, ਪਾਖਰੂ ਦੇ ਨਾਲ ਗੱਲਬਾਤ ਕਰਾਂਗੇ, ਔਰ ਜਿਹਦੇ ਵਾਸਤੇ ਉਹਨੇ ਉਹ ਭੇਜਿਆ ਹੈ, ਉੱਥੇ ਫਿਰ ਇਹ ਇੰਪੈਕਟ ਜਿਹੜਾ ਹੈ ਉਹ ਫੁੱਲੀ ਹੋਏਗਾ.
ਹੂੰ ਜਦੋਂ ਤੁਸੀਂ ਪੂਰੇ ਹਿਰਦੇ ਦੇ ਨਾਲ ਸੁਣਦੇ ਹੋ। ਸਹੀ। ਹੂੰ, ਉਹ ਜਿਹੜੇ 3000 ਲੋਕੀ, ਐਡਾ ਵੱਡਾ ਰਿਵਾਈਵਲ ਕਿਤੇ ਨਹੀਂ ਆਇਆ ਹੈ ਨਾ। ਜੀ ਜੀ। ਹੂੰ 3000 ਲੋਕੀ ਜਿਹੜੇ ਨੇ ਉਦੋਂ ਬਚੇ। ਹਾਂਜੀ ਉਸ ਤੋਂ ਪਹਿਲਾਂ ਇੱਕ ਪੁਰਾਣੇ ਏਧਨਾਮੇ ਦੇ ਵਿੱਚ ਇੱਕ ਰਿਵਾਈਵਲ ਆਇਆ ਸੀ, ਉਹ ਨਿਨਵਾ ਵਾਲਾ, ਜੀ ਜੀ। ਨਿਨਵਾ ਆਹ ਸ਼ਹਿਰ ਵਾਲਾ। ਪੂਰਾ ਸ਼ਹਿਰ ਉੱਥੇ ਬਚ ਗਿਆ। 1,20,000 ਲੋਕਾਂ ਦਾ ਜਿਹੜਾ ਸੀ ਉਹ ਬਚਾਅ ਹੋ ਗਿਆ। ਹੂੰ ਤੇ ਅੱਜ ਵੀ ਪਰਮੇਸ਼ਰ ਆਪਣੀ ਆਵਾਜ਼ ਇਸੇ ਲਈ ਦੇ ਰਿਹਾ ਹੈ ਪਾਕਰੂ ਦੇ ਦੁਆਰਾ ਕਿ ਲੋਕੋ ਤੁਸੀਂ ਬਚ ਜਾਓ, ਪਛਤਾਪ ਕਰ ਲਓ। ਤੁਹਾਡੇ ਵਾਸਤੇ ਇੱਕ ਮੀਡੀਏਟਰ ਜਿਹੜਾ ਹੈ ਪ੍ਰਭੂ ਯਿਸੂ ਮਸੀਹ ਦਿੱਤਾ ਹੈ, ਔਰ ਪ੍ਰਭੂ ਯਿਸੂ ਮਸੀਹ ਨੂੰ ਜਿਸ ਮਿਸ਼ਨ ਦੇ ਵਾਸਤੇ ਭੇਜਿਆ ਗਿਆ ਸੀ, ਉਹਨੇ ਵੀ ਆਪਣੇ ਫਾਲੋਅਰਾਂ ਨੂੰ ਇੱਕ ਮਿਸ਼ਨ ਦਿੱਤਾ ਹੈ ਕਿ ਇੱਥੇ ਜਿਹੜਾ ਅੱਜ ਅਸੀਂ ਵਚਨ ਪੜਿਆ, ਇਹ ਤੋਂ ਪਹਿਲਾਂ ਪਿਛਲਾ ਪ੍ਰੋਗਰਾਮ ਕੀਤਾ ਹੈ ਕਿ ਤੁਸੀਂ ਠਹਿਰੇ ਰਹੋ। ਹੂੰ ਜਿੰਨੇ ਦੇਰ ਤੱਕ ਤੁਹਾਡੇ ਉੱਤੇ ਪਾਕਰੂ ਨਹੀਂ ਆਉਂਦਾ, ਉਹਨੇ ਦੇਰ ਤੱਕ ਤੁਸੀਂ ਠਹਿਰੇ ਰਹੋ, ਤੁਹਾਨੂੰ ਮੈਂ ਪਾਕਰੂ ਦਿੰਦਾ ਹਾਂ। ਜਦੋਂ ਅਸੀਂ ਉਸ ਦੇ ਪਾਕਰੂ ਦੇ ਦੁਆਰਾ ਕੰਮ ਕਰਦੇ ਹਾਂ, ਉਹਦੀ ਸਮਰਥ ਦੇ ਨਾਲ ਕੰਮ ਕਰਦੇ ਹਾਂ, ਜਾਂ ਪਾਕਰੂ ਨੂੰ ਆਪਣੇ ਵਿੱਚ ਲੈ ਕੇ ਉਹਦਾ ਕੰਮ ਕਰਦੇ ਹਾਂ, ਤੇ ਫਿਰ ਕੰਮ ਜਿਹੜਾ ਇੰਪੈਕਟ ਜਿਹੜਾ ਹੈ ਉਹ ਜਿਹੜਾ ਹੈ ਜ਼ਿਆਦਾ ਹੋਏਗਾ। ਤੇ ਜੇ ਸੌਰੀ ਟੂ ਸੇ ਕਈ ਜਣੇ ਉਹ ਕਹਿੰਦੇ ਨੇ ਕਿ ਅਸੀਂ ਫਲਾਣੇ ਪਾਸਟਰ ਕੋ ਦੁਆ ਕਰਾਉਣ ਗਏ ਤੇ ਮੈਂ ਚੰਗਾ ਹੋ ਗਿਆ, ਉੱਥੇ ਯਿਸੂ ਮਸੀਹ ਦੇ ਨਾਂ ਨੂੰ ਮਹਿਮਾ ਨਹੀਂ ਦਿੰਦੇ ਕਿ ਉਹ ਫਲਾਣੇ ਪਾਸਟਰ ਕੋ ਗਏ। ਫਿਰ ਤਾਂ ਉਹ ਬਾਬਿਆਂ ਵਾਲੀਆਂ ਗੱਲਾਂ ਹੋ ਗਈਆਂ, ਫਲਾਣੇ ਬਾਬੇ ਕੋ ਗਏ ਸੀ, ਉੱਥੇ ਮੱਥਾ ਟੇਕਿਆ ਸੀ ਤੇ ਇਹ ਕੁਝ ਹੋ ਗਿਆ। ਉਹ ਨਹੀਂ ਹੈ। ਸਹੀ। ਜੇ ਮਹਿਮਾ ਦੇਣੀ ਹੈ ਤਾਂ ਉਸ ਬੇਟੇ ਪ੍ਰਭੂ ਯਿਸੂ ਮਸੀਹ ਨੂੰ ਦੇਣੀ ਹੈ, ਜਿਨੇ ਜੋ ਵਾਅਦਾ ਕੀਤਾ ਪਾਕਰੂ ਦਾ, ਤੇ ਉਹਨੇ ਆਪਣੇ ਸਮੇਂ ਸਿਰ ਦਿੱਤਾ ਹੈ, ਤੇ ਉਹਦਾ ਸਾਨੂੰ ਫਾਇਦਾ ਜਿਹੜਾ ਹੈ ਉਹ ਉਠਾਉਣਾ ਚਾਹੀਦਾ ਹੈ। ਸਹੀ। ਬਹੁਤ ਅੱਛਾ ਜੀ, ਬਹੁਤ ਸ਼ੁਕਰੀਆ। ਅੱਜ ਵੀ ਜੀ ਡਾਕਟਰ ਸਾਹਿਬ ਲੋਕੀ ਜਿਹੜੇ ਨੇ ਉਹ ਆਪਣਾ ਨਾਂ ਜ਼ਿਆਦਾ ਰੱਖਦੇ ਨੇ। ਅਸੀਂ ਜਾਣਦੇ ਹਾਂ ਬੈਕ ਹੋਮ ਸਾਡੇ ਕਿ ਕਰੂਸੇਡ ਕਿਹਨੂੰ ਕਹਿੰਦੇ ਨੇ, ਆ ਜਾਓ ਤੁਹਾਨੂੰ ਸ਼ਿਫਾ ਮਿਲੇਗੀ, ਆਪਣਾ ਨਾਂ ਦਿੰਦੇ ਨੇ। ਤੇ ਪਾਕਰੂ ਨੂੰ ਜਿਹਦੇ ਵਸੀਲੇ ਨਾਲ ਕਿਹਨੂੰ ਕਹਿੰਦੇ ਨੇ ਕਿ ਇਹ ਹੀਲਿੰਗ ਜਾਂ ਜਿਹੜੀ ਬਦਰੂਆਂ ਤੋਂ ਛੁਟਕਾਰਾ ਹੈ, ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਬਿਮਾਰੀਆਂ ਤੋਂ ਸ਼ਿਫਾ ਜਿਹੜੀ ਹੈ, ਉਹ ਆਪਣੇ ਨਾਂ ਦੇ ਨਾਲ ਕਹਿੰਦੇ ਨੇ ਕਿ ਅਸੀਂ ਦਿਆਂਗੇ। ਹਾਲਾਂਕਿ ਜਿਹੜਾ ਸੋਰਸ ਹੈ ਉਹ ਤੇ ਅਸਲ ਦੇ ਵਿੱਚ ਪਾਕਰੂ ਹੈ, ਔਰ ਉਹਦੇ ਵਸੀਲੇ ਨਾਲ ਇਹ ਸਾਰਾ ਕੁਝ ਹੁੰਦਾ ਹੈ। ਤੁਸੀਂ ਐਕਟਸ ਦੀ ਗੱਲ ਕਰ ਰਹੇ ਸੋ, ਉਹਦੇ 'ਚ ਕਿਹਨੂੰ ਕਹਿੰਦੇ ਨੇ ਕਿ ਹੋਰ ਵੀ ਇੱਕ ਵਾਕਿਆ ਕਿ ਉਹ ਖੁਦਾਵੰਦ ਯਿਸੂ ਦਾ ਨਾਮ ਲੈ ਕੇ ਬਦਰੂਆਂ ਨੂੰ ਕੱਢਦੇ ਸਨ। ਤੇ ਉਹ ਹਾਲੀ ਕਿ ਉਹ ਖੁਦਾਵੰਦ ਯਿਸੂ ਨੂੰ ਮੰਨਦੇ ਤੇ ਨਹੀਂ ਸਨ, ਲੇਕਿਨ ਇੱਕ ਦਿਨ ਆ ਗਿਆ, ਉਹਨੇ ਕਿਹਾ ਵੀ ਪਲੂਸ ਨੂੰ ਵੀ ਅਸੀਂ ਜਾਣਦੇ ਹਾਂ ਤੇ ਯਿਸੂ ਨੂੰ ਵੀ ਜਾਣਦੇ ਹਾਂ, ਤੁਸੀਂ ਕੌਣ ਹੋ, ਹੈਨਾ। ਤੋ ਇਹ ਗੱਲ ਹੈ ਕਿ ਵੇਖੋ, ਸ਼ਿਫਾ ਜਿਹੜੀ ਹੈ ਉਹ ਖੁਦਾਵੰਦ ਯਿਸੂ ਦੇ ਨਾਂ ਤੋਂ ਮਿਲ ਜਾਂਦੀ ਹੈ, ਔਰ ਉਹ ਦਿੰਦਾ, ਕਿਉਂਕਿ ਲਿਖਿਆ ਕਿ ਅਸਮਾਨ ਦੇ ਥੱਲੇ ਤੇ ਜ਼ਮੀਨ ਦੇ ਉੱਤੇ ਕੋਈ ਦੂਸਰਾ ਨਾਂ ਨਹੀਂ ਜਿਹਦੇ ਵਸੀਲੇ ਨਾਲ ਅਸੀਂ ਨਜਾਤ ਪਾ ਸਕੀਏ। ਸੋ ਉਹਦੇ ਨਾਂ ਦੇ ਵਸੀਲੇ ਨਾਲ ਹੁਣ ਵੀ ਜ਼ਿਕਰ ਹੋਇਆ ਕਿ ਨਾਂ ਲਿਆ ਗਿਆ ਕਿਹਨੂੰ ਕਹਿੰਦੇ ਨੇ, ਖੁਦਾਵੰਦ ਯਿਸੂ ਦਾ, ਤੇ ਉਹ ਲੰਗੜਾ ਜਿਹੜਾ ਜਨਮ ਦਾ ਲੰਗੜਾ ਸੀ ਉਹ ਉੱਠ ਕੇ ਖੜਾ ਹੋ ਗਿਆ, ਟਖਨੇ ਮਜ਼ਬੂਤ ਹੋ ਗਏ। ਸੋ ਮੇਰੇ ਅਜ਼ੀਜ਼ੋ, ਅਸੀਂ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੀਏ ਕਿ ਅਸੀਂ ਉਹਦੇ ਲੋਕ ਹਾਂ, ਔਰ ਅਸੀਂ ਉਹਦੇ ਵਸੀਲੇ ਦੇ ਨਾਲ ਇਹ ਸਾਰੇ ਕੰਮ ਜਿਹੜੇ ਨੇ ਕਰ ਸਕਦੇ ਹਾਂ। ਡਾਕਟਰ ਸਾਹਿਬ 1 ਮਿੰਟ ਰਹਿ ਗਿਆ, ਕੋਈ ਤੁਸੀਂ ਆਖਰੀ ਗੱਲ ਕਰਨਾ? ਮੈਂ ਬਸ ਇੰਨਾ ਕਹੂੰਗਾ, ਜਿਹੜੀ ਤੁਸੀਂ ਸਾਰਿਆਂ ਨੇ ਗੱਲ ਕੀਤੀ ਉਹਨੂੰ ਇੱਕੋ ਲਫ਼ਜ਼, ਲੈਟ ਅਸ ਨਾਟ ਰਿਪਲੇਸ ਰੋਲ ਆਫ ਹੋਲੀ ਸਪਿਰਿਟ। ਸਹੀ। ਜੋ ਕੰਮ ਖੁਦਾ ਨੇ, ਜੀਸਸ ਨੇ, ਜਿੱਦਾਂ ਮੈਂ ਪਹਿਲਾਂ ਵੀ ਪੜ੍ਹਿਆ ਸੀ, ਜੌਨ 14:26 ਵਰਸ 'ਚ ਜੋ ਖੁਦਾ ਜੀਸਸ ਨੇ ਕਿਹਾ ਕਿ ਮੈਂ ਹੋਲੀ ਸਪਿਰਿਟ ਇਜ਼ ਦੀ ਐਡਵੋਕੇਟ, ਜਿਹੜਾ ਕਿ ਫਾਦਰ ਨੇ ਮੇਰੇ ਨਾਂ ਤੇ ਭੇਜੇਗਾ ਤੁਹਾਨੂੰ, ਤੇ ਤੁਹਾਨੂੰ ਮਿਲੇਗਾ, will teach things, right? So Jesus has given a role to Holy Spirit. ਹੋਲੀ ਸਪਿਰਿਟ ਦਾ ਇੱਕ ਆਪਣਾ ਰੋਲ ਹੈ, ਉਹ ਸਾਡੇ ਵਾਸਤੇ ਐਡਵੋਕੇਟ ਕਰਦਾ ਹੈ, ਉਹ ਸਾਡੇ ਵਾਸਤੇ ਜਾ ਕੇ ਮਿੰਨਤਾਂ ਕਰਦਾ ਹੈ, ਦੁਆ ਕਰਦਾ ਹੈ। ਲੈਟ ਅਸ ਨਾਟ ਰਿਪਲੇਸ ਹੋਲੀ ਸਪਿਰਿਟ ਵਿਦ ਐਨੀਥਿੰਗ ਐਲਸ। ਦੈਟਸ ਰਾਈਟ। ਨਾਟ ਓਨਲੀ ਆਪਣਾ ਨਾਮ, ਬਾਈਬਲ ਦੇ ਵੀ ਕਈ ਕੈਰੈਕਟਰਸ ਦੇ ਨਾਂ ਦੇ ਨਾਲ ਅਸੀਂ ਹੋਲੀ ਸਪਿਰਿਟ ਨੂੰ ਰਿਪਲੇਸ ਕਰਦੇ ਹਾਂ ਕਿ ਫਲਾਣੇ ਨਾਂ ਲੈਣ ਦੇ ਨਾਲ ਜਿਹੜਾ ਹੈ ਉਹ ਸਾਡੀ ਜਿਹੜੀ ਪ੍ਰਾਰਥਨਾ ਹੈ ਉਹ ਸੁਣੀ ਜਾਏਗੀ। ਇਹ ਗਲਤ ਹੈ। ਬਾਈਬਲ 'ਚ ਕਿਸੇ ਹੋਰ ਦਾ ਨਾਂ ਨਹੀਂ ਲਿਖਿਆ। 3 ਹੀ ਚੀਜ਼ਾਂ ਨੇ, ਜੀਸਸ, ਹੋਲੀ ਸਪਿਰਿਟ
and Father. God, and they all are together in one. So you can take all their name together, or you can take one of the names, but the reality is, but Jesus has said, in my name the things will be done, or jo tusi kehta. So we cannot replace Jesus, but most of the time people try to replace Holy Spirit, क्योंकि वो खुदा ਨੂੰ भी replace नहीं कर सकते और Jesus ਨੂੰ भी replace नहीं कर सकते, क्योंकि otherwise ਇਹ Christianity नहीं है। और फिर That's ਉਹ ਦੂਜੀ Holy Spirit ਨੂੰ replace ਕਰ ਦਿੰਦੇ ਨੇ with different characters of the Bible, which is not what the Bible says. ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਅੱਜ ਦਾ ਪ੍ਰੋਗਰਾਮ ਅਸੀਂ ਹੋਲੀ ਸਪਿਰਿਟ ਤੇ ਔਰ ਉਹਦੇ ਨਜ਼ੂਲ ਤੇ ਉਹਦੇ ਆਉਣ ਤੇ ਅਸੀਂ ਕੀਤਾ। ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ। ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਸਾਹਿਬ ਦਾ ਔਰ ਬ੍ਰਦਰ ਅਮੈਨੂਅਲ ਦਾ ਕਿ ਉਹ ਮੇਰੇ ਨਾਲ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਔਰ ਹਮੇਸ਼ਾ ਹੁੰਦੇ ਨੇ। ਸੋ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਅੱਛਾ ਲੱਗਾ। ਜ਼ਰੂਰ ਆਪਣੀ ਰਾਏ ਨਾਲ ਸਾਨੂੰ ਅਗਾਹ ਕਰਿਆ ਕਰੋ ਤਾਂ ਕਿ ਅਸੀਂ ਹੋਰ ਜ਼ਿਆਦਾ ਬਿਹਤਰ ਤਰੀਕੇ ਨਾਲ ਇਹ ਪ੍ਰੋਗਰਾਮ ਨੂੰ ਕਰ ਸਕੀਏ। ਸੋ ਆਖਰ ਦੇ ਵਿੱਚ ਸਾਡੇ ਸਾਰਿਆਂ ਨੂੰ ਰੱਬ ਰੱਖਾ। ਰੱਬ ਰੱਖਾ।